महला पहला। बाह खसम तू बाह, जिन रच रचना हम किए। सागर लहर समुंद सर बेलो बरसुरा। आप खड़ोवें आप करू अपीनै अपा। गुरमुख सेवा थाई पवै, उन मन तत कमा। मस्तक लहो मजूरियां मंग मंग खसम दरा। नानक पुर दर वे परवाह, तो दर ऊना नाही को सच्चा वे परवाह। महला पहला। उज्जल मोती सोहणे, रतना नाल जुड़न। तिन जर बैरी नानका, जे बुढ़े थिए मरन। पौड़ी हर सलाही सदा सदा, तन मन सौंप शरीर। गुर शब्दी सच पाया, सच्चा गहर गंभीर। मन तन हृदय रब रहया, हर हीरा हीर। जन्म मरण का दुख गया, फिर पवै ना वीर। नानक नाम जलाहि तू, हर गुणी गहीर। नानक नाम सलाहे तू, हर गुणी गहीर। शब्द गुरु साहिब श्री गुरु ग्रंथ साहिब महाराज सच्चा पातशाह जी दे पावन पवित्र दरबार दियां हाजरियां भर रहे गुरु प्यारिओ, आप बड़े बड़भागे हों जो साहिबा दे मुबारक बचनां नूं सुनन समझण दे लई पहुंचदे हों। आओ जो आपां बचन गैन कीते ने उन्हां दी व्याख्या करिए। आपस विच सब ने गुरफतेह दी सांझ पाउणी, प्यार विच भिज के बोलना जी। आखियो वाहिगुरू जी का खालसा वाहिगुरू जी की फतेह। गुरु नानक साहिब सिख धर्म दे बानी सतगुर, उन्हां दी पावन बाणी दे विचों आपां एक शलोक पौड़ी दे रूप विच पढ़िया है। गुरु पातशाह ने अज एक परमात्मा वल हथ करदियां बड़ी प्यारी गल कही है। शायद जिन्ने आपां सुन रहे हैं इस गल तो असीं सारे ही पासे हाँ, असीं नहीं कदे कही। बेशक आपां ये दावा करदे आ भी असीं जो गुरु तो सुनदे आ उहदे अनुसार जीवांगे, जो समझिया उहदे अनुसार चलांगे। पर नहीं, जो गुरु कहंदा वो एवें नहीं कहा, गुरु ने पहला आप करके विखाया। हुण गुरु ने की कहा इत्थे, कहंदे एक दिन मैं उस अकाल पुरख वाहिगुरू जी दी बख्शिश किरपा सदका अपने नाल जुड़े हुए
ਸੰਬੰਧਿਤ ਜੀਵ ਪਦਾਰਥ ਇਹਨਾਂ ਵੱਲ ਨਿਗਾਹ ਮਾਰ ਰਿਹਾ ਸੀ। ਜਦੋਂ ਨਿਗਾਹ ਮਾਰ ਰਿਹਾ ਸੀ ਨਾ, ਤੇ ਮੇਰੇ ਮੁਖ ਦੇ ਵਿੱਚੋਂ ਮੇਰੀ ਜ਼ੁਬਾਨ ਆਵਾਜ਼ ਕੀ ਦਿੰਦੀ ਹੈ? ਵਾਹ ਵਾਹ ਵਾਹ, ਇਹ ਕਹਿੰਦੀ ਹੈ। ਹੁਣ ਸਾਡਾ ਵੀ ਸੁਭਾਅ ਹੀ ਹੈ ਵੀ ਅਸੀਂ ਵੀ ਜੋ ਸਾਡੇ ਨਾਲ ਜੁੜਿਆ ਹੋਇਆ ਪਦਾਰਥੀ ਸਿਸਟਮ ਹੈ ਜਾਂ ਪਰਿਵਾਰਕ ਜੀਵ ਨੇ, ਨਿਗਾਹ ਅਸੀਂ ਵੀ ਉਹਨਾਂ ਵੱਲ ਮਾਰਦੇ ਹਾਂ। ਪਰ ਅਸੀਂ ਕਦੇ ਵਾਹ ਨਹੀਂ ਕਿਹਾ, ਅਸੀਂ ਕਦੇ ਪਰਮਾਤਮਾ ਵੱਲ ਨਿਗਾਹ ਨਹੀਂ ਮਾਰੀ, ਧੰਨ ਨਹੀਂ ਕਿਹਾ। ਅਸੀਂ ਆਪਣੇ ਨਾਲ ਜੁੜੇ ਹੋਏ ਜੀਵ ਪਦਾਰਥ ਇਹਨਾਂ ਵੱਲ ਨਿਗਾਹ ਮਾਰ ਕੇ ਹੰਕਾਰੀ ਹੋ ਜਾਂਦੇ ਆ। ਫਰਕ ਨਹੀਂ ਆ। ਤੇ ਗੁਰੂ ਉਹ ਕੀ ਦੱਸਦਾ? ਉਹ ਕਹਿੰਦਾ ਤੂੰ ਆਪਣੇ ਨਾਲ ਜੁੜੇ ਹੋਏ ਪਦਾਰਥਾਂ ਵੱਲ ਨਿਗਾਹ ਮਾਰ ਕੇ ਨਿਰੰਕਾਰੀ ਹੋ ਜਾ। ਬਸ ਫਰਕ ਇੰਨਾ ਕੀ ਆ, ਜਿਨ੍ਹਾਂ ਨੇ ਆਹ ਫਰਕ ਸਮਝ ਲਿਆ ਉਹ ਤਰ ਗਏ, ਜਿਨ੍ਹਾਂ ਨੇ ਇਹ ਫਰਕ ਨਹੀਂ ਸਮਝਿਆ ਉਹ ਤਰੇ ਨਹੀਂ, ਸਾਨੂੰ ਫੇਲ ਹੋ ਗਏ। ਫਰਕ ਇਹ ਨਹੀਂ ਸਮਝਣਾ। ਤੇ ਇਸੇ ਗੱਲ ਨੂੰ ਕੀ ਕਿਹਾ ਜਾਂਦਾ ਗਾ? ਮੇਰਾ ਮੁਝ ਮੈਂ ਕਿਛ ਨਹੀਂ। ਐਵੇਂ ਨਹੀਂ ਇਹ ਗੱਲ ਕਹੀ ਜਾਂਦੀ। ਇਹ ਗੱਲ ਕਦੋਂ ਕਹੀ ਜਾਂਦੀ ਆ? ਜਦੋਂ ਸਾਡੀ ਆਵਾਜ਼, ਸਾਡੀ ਜ਼ੁਬਾਨ ਏਦਾਂ ਬੋਲਦੀ ਆ, ਵਾਹ ਵਾਹ ਵਾਹ, ਪਰ ਕਹਿਣਾ ਔਖਾ ਗਾ। ਰਸਮੀ ਤੌਰ ਤੇ ਕਹਿ ਸਕਦੇ ਆ, ਪਰ ਜਿਹੜੇ ਆਗਾਜ਼ ਵਿੱਚ ਜਿਸ ਲਹਿਜੇ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਕਿਹਾ, ਸ਼ਾਇਦ ਉਵੇਂ ਕਹਿਣਾ ਔਖਾ। ਹੁਣ ਆਪਾਂ ਸਾਰਿਆਂ ਨੇ ਕੀ ਕਰਨਾ ਗਾ? ਆਪਾਂ ਗੁਰੂ ਅੱਗੇ ਇੱਕ ਬੇਨਤੀ ਕਰਨੀ, ਇੱਕ ਤਰਲਾ ਕਰਨਾ। ਜਿਹੜਾ ਕੰਮ ਆਪਾਂ ਤੋਂ ਨਾ ਹੋਵੇ, ਆਪਾਂ ਕਿਸੇ ਨੂੰ ਪੁੱਛ ਲੈਂਦੇ ਹੁੰਦੇ ਆ। ਚਲੋ ਪੁੱਛਣ ਤੇ ਕਈ ਵਾਰ ਸੰਗ ਲੱਗਦੀ ਹੁੰਦੀ ਹੈ ਵੀ ਲੈ ਮੈਂ ਏਡਾ ਵੱਡਾ, ਮੈਂ ਕਿਸੇ ਨੂੰ ਕਿਉਂ ਪੁੱਛਾਂ, ਮੈਂ ਕਿਸੇ ਦੀ ਕਿਉਂ ਰਾਏ ਲਵਾਂ। ਬੰਦੇ ਨੂੰ ਇਸ ਗੱਲ ਤੇ ਵੀ ਆਪਣੇ ਆਪ ਨੂੰ ਹੇਠੀ ਸਮਝਦਾ ਗਾ, ਹਾਨੀਕਾਰਕ ਸਮਝਦਾ ਗਾ ਵੀ ਮੈਂ ਕਿਸੇ ਨੂੰ ਕਿਉਂ ਪੁੱਛਾਂ। ਫਿਰ ਬੰਦੇ ਕੋਲ ਦੂਜੀ ਆਪਸ਼ਨ ਹੁੰਦੀ ਹੈ ਵੀ ਤੂੰ ਰੀਸ ਕਰ ਲਾ, ਨਕਲ ਮਾਰ ਲਾ। ਜਿਹਨੂੰ ਨਹੀਂ ਪੁੱਛਣਾ ਨਾ, ਫਿਰ ਬੰਦਾ ਉਹਦੀ ਨਕਲ ਮਾਰ ਲੈਂਦਾ, ਉਹਦੀ ਰੀਸ ਕਰ ਲੈਂਦਾ। ਹੁਣ ਸਾਨੂੰ ਇਸ ਗੱਲ ਦਾ ਅਹਿਸਾਸ ਹੋਇਆ ਵੀ ਅਸੀਂ ਆਪਣੇ ਨਾਲ ਜੁੜੇ ਹੋਏ ਪਦਾਰਥ ਜੀਵਾਂ ਨੂੰ ਵੇਖ ਕੇ ਹੰਕਾਰੀ ਹੋ ਜਾਂਦੇ ਆ। ਤੇ ਗੁਰੂ ਬਾਬਾ ਜੀ ਕਹਿੰਦੇ ਤੂੰ ਨਿਰੰਕਾਰੀ ਹੋ ਜਾ। ਹੁਣ ਨਿਰੰਕਾਰੀ ਹੋਣ ਦੇ ਲਈ ਅਸੀਂ ਗੁਰੂ ਕੋਲੇ ਆ ਗਏ। ਸੰਗ ਲੱਗਦੀ ਹੈ ਪੁੱਛਦਿਆਂ ਨੂੰ, ਕਿਉਂ? ਕਿਉਂਕਿ ਮੈਂ ਕਹਿ ਬੈਠਾ ਨਾ ਵੀ ਮੇਰੇ ਵਰਗਾ ਤਾਂ ਹੋਰ ਕੋਈ ਨਹੀਂ ਹੈ। ਜੇ ਤਾਂ ਹੁਣ ਕਹਿ ਦਿੰਦਾ ਵੀ ਮੇਰੇ ਵਰਗਾ ਕੋਈ ਨਹੀਂ ਹੈ ਦੀ ਬਜਾਏ ਵੀ ਮੇਰਾ ਮੁੱਝ ਮੈਂ ਕਿਛ ਨਹੀਂ, ਫਿਰ ਤਾਂ ਮੈਂ ਗੱਲ ਗੁਰੂ ਨੂੰ ਪੁੱਛ ਲੈਂਦਾ, ਫਿਰ ਤਾਂ ਮੈਨੂੰ ਸੰਗ ਨਹੀਂ ਸੀ ਲੱਗਣੀ। ਫਿਰ ਗੁਰੂ ਸਾਹਿਬ ਜੀ ਕਹਿੰਦੇ ਜੇ ਤੈਨੂੰ ਸੰਗ ਲੱਗਦੀ ਆ ਭਾਈ, ਤੂੰ ਨਾ ਰੀਸ ਕਰ ਲਾ ਬਸ। ਹੁਣ ਆਪਾਂ ਰੀਸ ਕੀ ਕਰਨੀ ਆ? ਪੁੱਛੋ ਨਾ, ਨਾ ਪੁੱਛੋ ਕੋਈ ਗੱਲ ਨਹੀਂ। ਜੇ ਆਪਾਂ ਨੂੰ ਨਮੋਸ਼ੀ ਝੱਲਣੀ ਪਊ ਨਾ ਗੱਲ ਪੁੱਛਣ ਚ, ਸਵਾਲ ਪੁੱਛਣ ਚ, ਤਾਂ ਗੁਰੂ ਸਾਹਿਬ ਕਹਿੰਦੇ ਨਕਲ ਮਾਰ ਲਾ। ਨਕਲ ਮਾਰਨ ਦੇ ਲਈ ਤੂੰ ਕੋਸ਼ਿਸ਼ ਕਰ। ਇੱਥੇ ਮੁਸ਼ਕਿਲ ਇਹ ਬਣ ਗਈ, ਉਹ ਸਿਆਣਿਆਂ ਦੀ ਕਹਾਵਤ ਤਾਂ ਨਾ, ਕਹਿੰਦੇ ਨਕਲ ਵੀ ਅਕਲ ਨਾਲ ਵੱਜਦੀ ਆ। ਏਦਾਂ ਨਕਲ ਵੀ ਨਹੀਂ ਵੱਜਦੀ ਗੀ। ਨਕਲ ਮਾਰਨੀ ਆ ਤਾਂ ਅਕਲ ਵਰਤਣੀ ਪੈਂਦੀ ਆ। ਹੁਣ ਇੱਥੇ ਮੁਸ਼ਕਿਲ ਇਹ ਬਣੀ ਵੀ ਸਾਥੋਂ ਨਕਲ ਵੀ ਨਹੀਂ ਵੱਜਦੀ। ਫਿਰ ਕੀ ਹੋ ਗਿਆ? ਪਿੱਛੇ ਰਹਿ ਗਏ। ਨਕਲ ਵੀ ਨਹੀਂ ਵੱਜੀ, ਪੁੱਛਿਆ ਵੀ ਨਹੀਂ ਹੈ। ਅਸੀਂ ਨਿਰੰਕਾਰੀ ਹੋਣ ਦੀ ਬਜਾਏ ਹੰਕਾਰੀ ਹੋ ਨਿਬੜੇ। ਨਿਬੜਨਾ ਕਿਸ ਪੱਖ ਤੇ ਸੀਗਾ? ਨਿਰੰਕਾਰੀ ਤੇ। ਨਿਬੜ ਕਿਸ ਪੱਖ ਤੇ ਗਏ? ਹੰਕਾਰੀ ਤੇ। ਇੱਥੇ ਫਰਕ ਪੈ ਗਿਆ। ਹੁਣ ਆਪਾਂ ਗੁਰੂ ਨਾਨਕ ਸਾਹਿਬ ਕੋਲੇ ਚੱਲੇ ਗਏ 2 ਮਿੰਟਾਂ ਵਾਸਤੇ।
ਆਪਾਂ ਸਾਰੀ ਰਲ ਕੇ ਨਾ ਗੁਰੂ ਨਾਨਕ ਸਾਹਿਬ ਕੋਲੇ ਆ ਗਏ। ਇੱਕ ਗੱਲ ਮੈਂ ਧਿਆਨ 'ਚ ਜ਼ਰੂਰ ਤੁਹਾਡੇ ਦਿਵਾਵਾਂਗਾ, ਵੈਸੇ ਤੁਸੀਂ ਬੜੇ ਸਿਆਣੇ ਹੋ, ਸੂਝਵਾਨ ਹੋ। ਸਾਡੀ ਦੁਨੀਆ ਦੇ ਵਿੱਚ ਪੜ੍ਹੇ ਲਿਖਿਆਂ ਦੀ ਕੋਈ ਕਮੀ ਨਹੀਂ। ਸਾਡੇ ਇਸ ਸੰਸਾਰ ਵਿੱਚ ਨਾ ਪੜ੍ਹੇ ਲਿਖਿਆਂ ਦੀ ਕੋਈ ਕਮੀ ਨਹੀਂ। ਪਰ ਇੱਕ ਗੱਲ ਜ਼ਰੂਰ ਥਾਪੜ ਕੇ, ਹਿੱਕ ਥਾਪੜ ਕੇ ਕਹਿ ਦਿਆ ਕਰੋ ਆਪਾਂ ਸਾਰੀ, ਵੀ ਮੇਰੇ ਗੁਰੂ ਨਾਨਕ ਸਾਹਿਬ ਵਰਗਾ ਕੋਈ ਵੀ ਨਹੀਂ ਹੈ। ਜਿੰਨੀ ਕੁ ਮੇਰੇ ਬਾਬੇ ਨੇ ਪੜ੍ਹਾਈ ਕੀਤੀ ਆ ਨਾ, ਇਹਦੇ ਵਰਗੀ ਕਿਸੇ ਨੇ ਵੀ ਨਹੀਂ ਪੜ੍ਹਾਈ ਕੀਤੀ। ਕਿਉਂ? ਕਿਉਂਕਿ ਗੁਰੂ ਨਾਨਕ ਸਾਹਿਬ ਨੇ ਜਿਹੜੀ ਪੜ੍ਹਾਈ ਕੀਤੀ ਆ ਜਾਂ ਸਾਨੂੰ ਕਰਨ ਦੇ ਲਈ ਕਹਿ ਰਿਹਾ ਗਾ, ਇਹ ਉਹ ਪੜ੍ਹਾਈ ਆ ਜਿਹੜੀ ਕਹਾਵਤ ਆ ਨਾ, ਵੀ ਇੱਕ ਤੀਰ ਦੇ ਨਾਲ ਦੋ ਨਿਸ਼ਾਨੇ ਲਾਉਣੇ ਆ ਭਾਈ। ਇੱਕ ਦੇ ਨਾਲ ਦੋ ਨਿਸ਼ਾਨੇ। ਇਹ ਉਹ ਪੜ੍ਹਾਈ ਆ ਜਿਸ ਪੜ੍ਹਾਈ ਦੇ ਨਾਲ ਸਾਡਾ ਲੋਕ ਵੀ ਸਵਰਦਾ ਤੇ ਜਿਸ ਪੜ੍ਹਾਈ ਦੇ ਨਾਲ ਸਾਡਾ ਪਰਲੋਕ ਵੀ ਸਵਰਦਾ। ਜਿਸ ਪੜ੍ਹਾਈ ਦੇ ਨਾਲ ਸਾਡਾ ਵਰਤਮਾਨ, ਭੂਤਕਾਲ, ਭਵਿੱਖ ਕਾਲ ਸਵਰ ਜਾਂਦੇ ਨੇ। ਇੱਕ ਉਹ ਪੜ੍ਹਾਈ ਆ ਜਿਹੜੀ ਪੜ੍ਹਾਈ ਅਸੀਂ ਕਰ ਲਈ, ਪਰ ਉਹਦੇ ਨਾਲ ਲੋਕ, ਪਰਲੋਕ ਜਾਂ ਭੂਤਕਾਲ ਨਹੀਂ ਸਵਰਦਾ, ਨਹੀਂ ਸੰਵਰੇਗਾ। ਉਹ ਉਨਾ ਹੀ ਕੰਮ ਕਰੇਗੀ ਜਿੰਨੀ ਕੁ ਅਸੀਂ ਮਿਹਨਤ ਕੀਤੀ ਆ। ਸਾਨੂੰ ਰੁਪਈਏ ਕਮਾਉਣ ਦਾ ਢੰਗ ਦੱਸ ਸਕਦੀ ਆ, ਮਸ਼ੀਨ ਕਿਵੇਂ ਬਣਨਾ, ਠੱਗੀਆਂ ਕਿਵੇਂ ਮਾਰਨੀਆਂ, ਧੋਖਾ ਕਿਵੇਂ ਕਰਨਾ, ਚਲਾਕੀ ਕਿਵੇਂ ਕਰਨੀ ਆ, ਇਹ ਦੱਸ ਸਕਦੀ ਆ। ਤੇ ਗੁਰੂ ਨਾਨਕ ਦੇ ਘਰ ਵਿੱਚ ਚਲਾਕੀ ਪ੍ਰਵਾਨ ਨਹੀਂ ਹੈ। ਇੱਥੇ ਚਲਾਕੀ ਪ੍ਰਵਾਨ ਨਹੀਂ। ਫਿਰ ਗੁਰੂ ਨਾਨਕ ਨੂੰ ਤਾਂ ਕਹਿਣਾ ਪਿਆ ਨਾ, ਚਲਾਕ ਦੀ ਬਿਰਤੀ ਨੂੰ ਦੇਖ ਕੇ ਪੜ੍ਹਿਆ ਮੂਰਖ ਆਖੀਐ, ਜਿਸ ਲੱਭ ਲੋਭ ਹੰਕਾਰਾ। ਪੜ੍ਹਨ ਦੇ ਨਾਲ ਲੱਭ ਲੋਭ ਪੈਦਾ ਹੁੰਦਾ ਤੇ ਹੰਕਾਰ ਵੀ ਪੈਦਾ ਹੁੰਦਾ ਗਾ। ਤੇ ਆਹ ਪੜ੍ਹਾਈ ਕਰਨ ਦੇ ਨਾਲ ਜਿਹੜੀ ਬਾਬੇ ਨਾਨਕ ਨੇ ਕੀਤੀ, ਇਹਦੇ ਨਾਲ ਲੱਭ ਲੋਭ ਹੰਕਾਰ ਵੀ ਨਹੀਂ ਪੈਦਾ ਹੁੰਦਾ ਗਾ। ਤੇ ਕੀ ਪੈਦਾ ਹੁੰਦਾ ਗਾ? ਨਿਰੰਕਾਰ ਪੈਦਾ ਹੁੰਦਾ। ਫਰਕ ਇੰਨਾ ਕੀ ਆ, ਦੁਨਿਆਵੀ ਪੜ੍ਹਾਈ ਪੜ੍ਹ ਕੇ ਬੰਦਾ ਕਈ ਵਾਰ ਬਿਰਲਿਆਂ ਨੂੰ ਛੱਡ ਕੇ ਹੰਕਾਰੀ ਹੋ ਜਾਂਦਾ, ਤੇ ਗੁਰੂ ਨਾਨਕ ਪਾਤਸ਼ਾਹ ਜੀ ਸਕੂਲ ਵਿੱਚ ਆ ਕੇ ਨਾ ਇੱਥੇ ਪੜ੍ਹ ਕੇ ਬੰਦਾ ਨਿਰੰਕਾਰੀ ਹੋ ਜਾਂਦਾ ਗਾ। ਬਸ ਗੱਲ ਆਪਾਂ ਕੀ ਕਹਿਣੀ ਸੀ, ਵੀ ਜਿਹੜੀ ਗੱਲ ਗੁਰੂ ਨਾਨਕ ਸਾਨੂੰ ਕਹਿ ਰਿਹਾ ਗਾ ਜਾਂ ਸਮਝਾ ਰਿਹਾ ਗਾ, ਉਹਦੇ ਨਾਲੋਂ ਅੱਗੇ ਹੋਰ ਕੁਛ ਨਹੀਂ ਹੈ। ਬਸ ਆਪਾਂ ਦਾਅਵੇ ਨਾਲ ਗੱਲ ਕਹਿਣੀ ਆ, ਉਹਦੇ ਨਾਲੋਂ ਅੱਗੇ ਹੋਰ ਕੁਛ ਨਹੀਂ ਹੈ। ਹੁਣ ਇੱਥੇ ਗੁਰੂ ਨੇ ਕੀ ਕਿਹਾ ਗਾ, ਆਓ ਆਪਾਂ ਗੁਰੂ ਨਾਨਕ ਸਾਹਿਬ ਕੋਲੇ ਚੱਲ ਗਏ। ਵੈਸੇ ਤੁਸੀਂ, ਮੈਂ, ਆਪਾਂ ਰੋਜ਼ ਹੀ ਆਉਂਦੇ ਗੁਰੂ ਨਾਨਕ ਸਾਹਿਬ ਕੋਲੇ। ਪਹਿਲਾਂ ਗੁਰੂ ਨਾਨਕ ਸਾਹਿਬ ਕੋਲੇ ਆਉਣ ਤੋਂ ਆਪਾਂ ਥੋੜਾ ਜਿਹਾ ਇੱਕ ਨੁਕਤਾ ਲੈ ਲਈਏ ਬਾਣੀ ਵਿੱਚੋਂ। ਗੁਰੂ ਸਾਹਿਬ ਜੀ ਕਹਿੰਦੇ, ਆਓ ਭਾਈ ਮੈਂ ਤੁਹਾਨੂੰ ਦੱਸਾਂ, ਜਿਹਨੇ ਮੇਰੇ ਦਰਸ਼ਨ ਕਰਨੇ ਨੇ, ਜਿਹਨੇ ਮੇਰੇ ਕੋਲੇ ਆਉਣਾ, ਜਿਹਨੇ ਮੇਰਾ ਦੀਦਾਰ ਕਰਨਾ, ਤੁਹਾਡੀ ਕੰਡੀਸ਼ਨ ਕੀ ਹੋਣੀ ਚਾਹੀਦੀ ਆ। ਮੰਨ ਲਓ ਵੀ ਆਪਾਂ ਕਿਸੇ ਆਪਣੇ ਇਲਾਕੇ ਦੇ ਬਾਬੇ ਨੂੰ ਮਿਲਣ ਗਏ, ਮੰਨ ਲਓ, ਤੇ ਉਹਦੇ ਕੋਲੇ ਜਾਣ ਤੋਂ ਪਹਿਲਾਂ ਆਪਾਂ ਨੂੰ ਆਪਣੇ ਗੀਜੇ 'ਚ ਹੱਥ ਮਾਰਨਾ ਪੈਂਦਾ, 500-700 ਰੁਪਈਆ ਹੈ। ਕਿਉਂ? ਉਹਨੂੰ ਕਹਿੰਦੇ ਟੇਕਣਾ ਪਊਣਾ ਮੱਥਾ। ਕੋਈ ਲੀੜਾ ਕੱਪੜਾ, ਕੋਈ ਖੇਸ ਟੋਟਾ ਹੈ ਭਾਈ। ਕਿਉਂ? ਖਾਲੀ ਹੱਥ ਥੋੜੀ ਮੱਥਾ ਟੇਕਣਾ, ਉਹਨੂੰ ਕੁਝ ਦੇਣਾ ਪਊ। ਅੱਛਾ, ਅਗਲਾ ਬਾਬਾ ਉਹ ਸਾਡੇ ਹੱਥ ਵੇਖ ਕੇ ਗੱਲ ਕਰਦਾ। ਹੱਥ ਵਿੱਚ 5 ਜਾਂ 10 50 ਰੁਪਈਏ ਨੇ ਤਾਂ ਬਾਬਾ ਗੱਲ ਨਹੀਂ ਕਰਦਾ। ਬਾਬੇ ਦੀ ਗੱਲਬਾਤ 100 ਤੋਂ ਉੱਪਰ ਸ਼ੁਰੂ ਹੁੰਦੀ ਆ। 100 ਵਾਲੇ ਨਾਲ 1-2 ਗੱਲਾਂ, 500 ਵਾਲੇ ਨਾਲ 5-4, 1000 ਵਾਲੇ ਨਾਲ ਵੱਧ, 2000 ਵਾਲੇ ਨਾਲ ਉਦੋਂ ਵੱਧ। ਉਹ ਤਾਂ ਜਿਉਂ-ਜਿਉਂ ਨੋਟਾਂ ਦੀ ਗਿਣਤੀ ਵਧੂ ਤਿਉਂ-ਤਿਉਂ ਬਾਬੇ ਦੀਆਂ ਗੱਲਾਂ ਵਧਣਗੀਆਂ। ਪਰ ਇੱਕੋ ਹੀ ਬਾਬਾ ਨਾਨਕ ਆ, ਜਿਹੜਾ ਆਉਂਦਿਆਂ ਦੀ ਕੰਡੀਸ਼ਨ ਇਹ ਨਹੀਂ ਵੇਖਦਾ ਵੀ ਤੇਰੇ ਕੋਲੇ ਹੈ ਕੀ। ਇਹ ਤਾਂ ਕਹਿੰਦਾ ਇੱਕ ਭਾਵਨਾ ਲੈ ਕੇ ਆਈ। ਉਹ ਕਿਹੜੀ ਭਾਵਨਾ? ਜਦੋਂ ਤੂੰ ਮੇਰੇ ਕੋਲੇ ਆਏਗਾ ਨਾ, ਆਪਣੇ ਕੰਨਾਂ ਚੋਂ ਜੋ ਤੂੰ ਲੀਰਾਂ ਪਾਈਆਂ ਨੇ, ਬੰਦ ਕੀਤੇ ਨੇ, ਮੁੰਦੇ ਨੇ, ਮੂੰਦਲੀਏ ਦਰਵਾਜ਼ੇ, ਇਹਨਾਂ ਨੂੰ ਬੰਦ ਕਰੀ ਬੈਠਣਾ। ਕੰਨੀ ਬੁੱਝੇ ਦੇ ਰਹਾ, ਜਿਹੜੇ ਇਹ ਕੰਨਾਂ ਦੇ ਵਿੱਚ ਲੀਰਾਂ ਪਾਈਆਂ ਨੇ, ਬੰਦ ਕੀਤੇ ਨੇ, ਇਹ ਖੋਲ ਕੇ ਆਈ। ਬਸ ਇੰਨਾ ਕੰਮ ਕਰੀ। ਫਿਰ ਉੱਥੇ ਪਹਿਲੀ ਆਪਸ਼ਨ ਕੀ ਆ? ਗੁਰਦੇਵ ਪਾਤਸ਼ਾਹ ਜੀ ਕਹਿੰਦੇ, ਮੈਂ ਮੂਰਖ ਕੀ ਕੇਤਕ ਬਾਤ ਹੈ। ਜਦੋਂ ਕੰਨਾਂ ਦੇ ਵਿੱਚੋਂ ਮੈਲ ਨਿਕਲ ਗਈ ਨਾ, ਖਾਲੀ ਹੋਏ ਕੰਨ, ਸੁਣਨ ਲੱਗ ਗਿਆ,
ਤੇ ਪਹਿਲੀ ਆਵਾਜ਼ ਸਾਨੂੰ ਗੁਰੂ ਸਾਹਿਬ ਨੇ ਕੋਲੇ ਬਣਾਉਣ ਤੋਂ ਪਹਿਲਾਂ ਕੀ ਕਹਿਤਾ, ਅਸੀਂ ਪਹੁੰਚ ਗਏ ਗੁਰੂ ਦੇ ਸਾਹਮਣੇ ਬਿਲਕੁਲ ਐਨ। ਅਸੀਂ ਕੀ ਕਰਨਾ ਹੁਣ, ਅਸੀਂ ਜੁੱਤੀ ਲਾਉਣੀ ਆ। ਜਦੋਂ ਜੁੱਤੀ ਲਾਉਣੀ ਹੈ ਨਾ ਤੇ ਗੁਰੂ ਨਾਨਕ ਸਾਹਿਬ ਬੋਲ ਪਿਆ, ਪੁੱਤ ਮੇਰੇ ਕੋਲੇ ਆਉਣਾ। ਅਸੀਂ ਕਹਤਾ ਹਾਂ ਤੇਰੇ ਕੋਲ ਹੀ ਆਉਣਾ। ਗੁਰੂ ਸਾਹਿਬ ਕਹਿੰਦੇ ਕੰਮ ਹੋਰ ਕਰੀ, ਜਿੱਥੇ ਜੁੱਤੀ ਲਾਹੀ ਜਾਂਦਾ ਨਾ ਇੱਥੇ ਆਪਣੀਆਂ ਚਲਾਕੀਆਂ, ਹੰਕਾਰ, ਹਉਮੈ ਇਹ ਵੀ ਲਾਹੀਆਂ, ਇਹਨਾਂ ਨੂੰ ਜ਼ਰੂਰ ਲਾ ਦੀ, ਕਿਤੇ ਇਹਨਾਂ ਅੰਦਰ ਲਈ। ਹੁਣ ਭੁਲੇਖਾ ਪੈ ਗਿਆ ਨਾ, ਮਾਫ ਕਰਨਾ। ਕਈ ਵਾਰ ਉਦਾਹਰਨ ਮੰਨ ਲਓ ਵੀ ਕੋਈ ਜਾਣੇ ਅਣਜਾਣੇ ਜੁੱਤੀ ਅੰਦਰ ਲਿਆਵੇ, ਮੰਨ ਲਓ ਵੀ ਕੋਈ ਜਾਣ ਕੀ ਲਿਆਵੇ ਜੁੱਤੀ ਅੰਦਰ। ਮੰਨ ਲਓ ਵੀ ਆਪਾਂ ਹੁਣ ਕੱਲ ਨੂੰ ਇਹ ਕੰਮ ਕਰੀਏ ਵੀ ਆਪਾਂ ਜੋੜਿਆਂ ਸਮੇਤ ਦਰਬਾਰ ਸਾਹਿਬ ਚ ਆ ਜਾਈਏ, ਕੀ ਹੋ ਜਾਊਗਾ? ਥੋੜਾ ਸੋਚ ਕੇ ਦੇਖਿਓ। ਚਲੋ ਮੇਰੀ ਇੱਥੇ ਤਰਕ ਨਹੀਂ ਹੈ, ਸੋਚ ਕੇ ਦੇਖਿਓ ਕੀ ਹੋ ਜਾਊਗਾ। ਆਪਾਂ ਨੂੰ ਪਤਾ ਵੀ ਆਪਣੇ ਛਿੱਤਰ ਵੀ ਪੈ ਸਕਦੇ ਨੇ, ਜਰਾਬਾਂ ਵੀ ਮਨਾ ਪਈ, ਦਰਬਾਰ ਸਾਹਿਬ ਜਰਾਬਾਂ ਨੇ। ਉਹ ਇੱਕ ਸਫਾਈ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਰੀਤ ਅਪਣਾਈ ਆ ਵੀ ਜੁੱਤੀ ਨਾਲ ਮਿੱਟੀ ਘੱਟਾ ਲੱਗਿਆ, ਜਰਾਬਾਂ ਦੇ ਵਿੱਚੋਂ ਬਦਬੂ ਆਉਂਦੀ ਆ, ਇਹ ਤੂੰ ਬਾਹਰ ਲਾ ਕੇ ਸਾਫ਼ ਕਰਕੇ ਪੈਰ ਫਿਰ ਅੰਦਰ ਆਉਣਾ। ਮੰਨ ਲਓ ਸਮੇਤ ਬੂਟ ਜਰਾਬ ਬੰਦਾ ਆ ਜੇ ਤਾਂ ਕੀ ਹੋਊਗਾ? ਲੜਾਈ ਹੋਊਗੀ। ਆਸੇ ਪਾਸੇ ਦੇ ਮੇਰੇ ਵਰਗੇ ਬਾਬੇ ਕੋਈ ਸੇਵਾਦਾਰ ਨਾਰਾਜ਼ ਹੋ ਜਾਣਗੇ, ਲੈ ਜੁੱਤੀ ਸਣੀ ਚੱਕ ਕੇ ਮੂੰਹ ਤੁਰਿਆ ਆ, ਲੈ ਕੋਈ ਗੱਲ ਨਹੀਂ, ਉਹਨੂੰ ਪਤਾ ਨਹੀਂ ਲੱਗਿਆ, ਉਹ ਜਾਣੇ ਅਣਜਾਣੇ ਜਾਂ ਸਾਨੂੰ ਪ੍ਰਤਿਆਉਣ ਦਾ ਮਾਰਾ ਆ ਗਿਆ। ਉਹਨੂੰ ਪਿਆਰ ਦੇ ਨਾਲ ਕਹਿ ਦਿਓ, ਵੀਰ ਜੀ ਪੈਰ ਸਾਫ਼ ਕਰਕੇ, ਪਿਆਰ ਦੇ ਨਾਲ ਗੱਲ ਮਿਲ ਗਈ ਨਾ। ਚਲੋ ਹੁਣ ਇੱਥੇ ਮੰਨ ਲਓ ਵੀ ਜੇ ਆਪਾਂ ਦੁਨਿਆਵੀ ਤਲ ਤੇ ਪੈਰਾਂ ਵਿੱਚ ਜੁੱਤੀ ਪਾ ਕੇ ਆ ਵੀ ਜਾਵਾਂਗੇ ਨਾ ਤਾਂ ਕੋਈ ਘਾਟਾ ਨਹੀਂ ਪੈਂਦਾਗਾ। ਘਾਟਾ ਕਿਸ ਗੱਲ ਦਾ ਪਊਗਾ? ਗੁਰੂ ਸਾਹਿਬ ਕਹਿੰਦੇ ਜੁੱਤੀ ਲਾਉਣ ਵਾਲਿਆ, ਘਾਟਾ ਇਸ ਗੱਲ 'ਚ ਪੈ ਗਿਆ, ਜੁੱਤੀ ਤੂੰ ਲਾ ਦਿੱਤੀ ਪਰ ਆਪਣੇ ਦਿਮਾਗ ਵਿੱਚੋਂ ਚਲਾਕੀਆਂ, ਹਉਮੈ, ਹੰਕਾਰ ਇਲਾਹੀ ਨਹੀਂ। ਸੋਚ ਕੇ ਦੇਖ, ਇਲਾਹੀ ਨਹੀਂ। ਜੁੱਤੀ ਲਾਉਣ ਵਾਲਿਆ, ਜੁੱਤੀ ਲਾਉਣ ਦੇ ਨਾਲ ਹਉਮੈ ਹੰਕਾਰ ਵੀ ਲਾ ਕੇ ਆਈ। ਮੇਰੇ ਕੋਲੇ ਆਉਣਾ ਨਾ ਤੇ ਕੀ ਭਾਵਨਾ ਲੈ ਕੇ ਆਉਣੀ ਆ? ਆਪਣੇ ਆਪ ਨੂੰ ਗੁਰੂ ਕੋਲੇ ਆਉਣ ਤੋਂ ਪਹਿਲਾਂ ਮੂਰਖ ਬਣ ਕੇ ਆਉਣਾ ਪਊਗਾ, ਅਣਜਾਣ ਬਣ ਕੇ ਆਉਣਾ ਪਊਗਾ। ਕੀ ਬਣ ਕੇ ਆਉਣਾ ਪਊ? ਅਣਜਾਣ। ਮੈਂ ਕੁਛ ਨਹੀਂ ਜਾਣਦਾ। ਭਾਵੇਂ ਆਪਾਂ ਮੌਕੇ ਦੇ ਵੱਡੇ ਤੋਂ ਵੱਡੇ ਅਫਸਰ ਹੋਈਏ ਪਰ ਇੱਥੇ ਅਫਸਰੀ ਨਹੀਂ ਚੱਲਦੀ ਗੀ। ਮੌਕੇ ਦੇ ਵੱਡੇ ਤੋਂ ਵੱਡੇ ਲੀਡਰ ਹੋਈਏ, ਇੱਥੇ ਲੀਡਰੀ ਨਹੀਂ ਚੱਲਦੀ ਗੀ। ਮੌਕੇ ਦੇ ਵੱਡੇ ਤੋਂ ਵੱਡੇ ਵਿਦਵਾਨ ਕਹਾਉਂਦੇ ਹੋਈਏ, ਵੱਡੇ ਸਕਾਲਰ ਕਹਾਉਂਦੇ ਹੋਈਏ, ਇੱਥੇ ਸਾਡੀ ਵਿਦਵਾਨਗੀ ਨਹੀਂ ਚੱਲਦੀ ਗੀ। ਤੇ ਗੁਰੂ ਕੀ ਕਹਿੰਦਾ? ਮੈਂ ਮੂਰਖ ਕੀ ਕੇਤਕ ਬਾਤ ਹੈ, ਮੈਂ ਤਾਂ ਇੱਕ ਨਿਮਾਣਾ, ਮੈਂ ਤਾਂ ਇੱਕ ਮੂਰਖ ਹਾਂ। ਆ ਭਾਵਨਾ ਲੈ ਕੇ ਆਈ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਅਪਰਾਧੀ ਤਰਿਆ ਰੇ। ਤੇਰੇ ਚਰਨਾਂ ਵਿੱਚ ਆ ਕੇ ਮੈਨੂੰ ਕੀ ਮਿਲੂਗਾ? ਮੇਰੇ ਵਾਰੀ ਤੌਰ ਤੇ ਕਰੋੜਾਂ ਅਪਰਾਧ ਕੀਤੇ ਨੇ, ਕਰੋੜਾਂ ਅਪਰਾਧ ਕੀਤੇ ਨੇ। ਹੁਣ ਗਿਣਤੀ ਕਰੋ, ਅਪਰਾਧ ਮੀਨਜ਼ ਕਤਲ ਕੀਤੇ ਨੇ, ਬੁਰੇ ਕੰਮ ਕੀਤੇ ਨੇ, ਠੱਗੀਆਂ, ਧੋਖੇ, ਚੋਰੀਆਂ ਕੀਤੀਆਂ। ਹੁਣ ਕੌਡੇ ਰਾਸ਼ਕ ਨਾਲੋਂ ਮੈਂ ਤਾਂ ਨਹੀਂ ਸਮਝਦਾ ਕੋਈ ਵੱਧ ਕਤਲ ਕਰਨ ਵਾਲਾ ਹੋਊਗਾ। ਕੌਡਾ ਆਪਣੀ ਭਾਸ਼ਾ ਵਿੱਚ ਆਪਾਂ ਕੀ ਵਰਤਦੇ ਆ? ਕੌਡਾ ਭੀਲ ਆ, ਜਿਹਨੂੰ ਲੋਕ ਮੌਕੇ ਤੇ ਕੌਡਾ ਉਹਦਾ ਨਾਮ ਆ। ਭੀਲ ਛੋਟੀ ਜਾਤ ਦਾ ਤਾਂ ਕਰਕੇ ਮੰਨਿਆ ਜਾਂਦਾ। ਉਹਦਾ ਕਿੱਤਾ ਇਹੋ ਜਿਹਾ ਬਣ ਗਿਆ ਵੀ ਉਹਨੂੰ ਰਾਖਸ਼ ਬਣਨਾ ਪੈ ਗਿਆ, ਹਰੇਕ ਨੂੰ ਮਾਰਨ ਦੇ ਲਈ ਮਜਬੂਰ ਹੋ ਗਿਆ। ਉਹ ਗੰਡਾਸਾ ਤਿੱਖਾ ਅਗਲੇ ਕੋਲੇ ਵੀ ਕੋਈ ਨਾ ਇੱਧਰਲੇ ਰਾਹ ਪਿਓ ਤੇ ਮੈਂ ਤੋੜੂ ਤੁਹਾਡੀਆਂ ਲੱਤਾਂ। ਤੇ ਗੁਰੂ ਨਾਨਕ ਸਾਹਿਬ ਜਦੋਂ ਮਿਲੇ ਨੇ ਤੇ ਹੁਣ ਚੇਤਾ ਰੱਖਿਓ ਵੀ ਜਿਹਨੇ ਇੱਕ ਨਹੀਂ ਅਨੇਕ ਹੀ ਅਣਗਿਣਤ ਕਤਲ ਕੀਤੇ ਹੋਣ, ਬਾਬੇ ਨਾਨਕ ਦੀ ਨਿਗਾਹ 'ਚ ਤਾਂ ਉਹ ਵੀ ਕਬੂਲ ਹੋ ਗਿਆ। ਪਰ ਹੋਇਆ ਕਿਉਂ ਆ? ਉਹਨੇ ਮੌਕੇ ਤੇ ਆਪਣੀਆਂ ਚਲਾਕੀਆਂ ਦਾ ਪਰਦਾ ਉਹ ਲਾਤਾ ਸੀਗਾ। ਮੌਕੇ ਤੇ ਨਾ ਆਪਣੀਆਂ ਹੁਸ਼ਿਆਰੀਆਂ ਲਾਤੀਆਂ ਸੀ। ਫਿਰ ਕਰੋੜਾਂ ਅਪਰਾਧ ਕਰਨ ਵਾਲਾ ਉਹ ਵੀ ਤਰ ਗਿਆ। ਮੈਂ ਮੂਰਖੀ ਕੇਤਕ ਬਾਤ ਹੈ, ਕੋਟ ਅਪਰਾਧੀ, ਕੋਟ ਮੀਨਜ਼ ਕਰੋੜ, ਕੋਟ ਅਪਰਾਧੀ ਤਰਿਆ ਰੇ, ਮੈਂ ਤਰ ਗਿਆ। ਇਹ ਦੁਨੀਆ ਦੇ ਵਿੱਚੋਂ ਇੱਕੇ ਥਾਂ ਤੇ ਮਿਸਾਲ ਮਿਲਦੀ ਆ ਜਿੱਥੇ ਕਰੋੜਾਂ ਕਤਲ ਕਰਨ ਵਾਲੇ ਨੂੰ ਬਰੀ ਕੀਤਾ ਜਾਂਦਾ ਹੈਗਾ। ਜਿੱਥੇ ਕਰੋੜਾਂ ਕਤਲ ਕਰਨ ਵਾਲੇ ਨੂੰ ਬਰੀ ਕੀਤਾ ਜਾਂਦਾ, ਇੱਕੋ ਹੀ ਮਿਸਾਲ ਆ। ਉਹ ਕਿਹੜੀ ਅਦਾਲਤ ਆ? ਉਹ ਗੁਰੂ ਨਾਨਕ ਸਾਹਿਬ ਦੀ ਅਦਾਲਤ ਆ। ਪਰ ਹੋ ਸਕਦਾ ਕਿਸੇ ਬਾਬੇ ਨੇ, ਕਿਸੇ ਠੱਗ ਨੇ ਕਤਲ ਨਾ ਕੀਤੇ ਹੋਣ, ਪਰ ਦਿਲ ਬਹੁਤ ਤੋੜੇ ਨੇ, ਲੋਕਾਂ ਦੇ ਦਿਲ ਬਹੁਤ ਦੁਖੀ ਕੀਤੇ ਨੇ। ਉਹ ਨਹੀਂ ਤਰਦਾ ਇੱਥੇ।
ਮੋਮੋ ਠਗੜੀਆਂ ਗੱਲਾਂ ਕਰਨ ਵਾਲਾ ਉਹ ਨਹੀਂ ਤਰਦਾ ਗਾ। ਚਲੋ ਫਿਰ ਗੁਰੂ ਸਾਹਿਬ ਜੀ ਕਹਿੰਦੇ ਇਹ ਭਾਵਨਾ ਲੈ ਕੇ ਆਈ ਤੇ ਤਰ ਜਾਵੇਂਗਾ ਪੁੱਤ, ਮੈਂ ਗਰੰਟੀ ਹੈ ਮੈਥੋਂ ਲਿਖਵਾ ਲਾ, ਤੂੰ ਫੇਲ ਨਹੀਂ ਹੋਵੇਂਗਾ, ਪਾਸ ਹੋਵੇਂਗਾ। ਕੋਟ ਅਪਰਾਧੀ ਤਰਿਆ ਰੇ। ਫਿਰ ਅਗਲੀ ਗੱਲ ਜਿਹੜੀ ਆਪਾਂ ਗੱਲ ਤੇ ਪਹੁੰਚਣਾ, ਆਪਾਂ ਪਹੁੰਚਣਾ ਕਿਸ ਗੱਲ ਤੇ ਆ ਵੀ ਅਸੀਂ ਗੁਰੂ ਨਾਨਕ ਸਾਹਿਬ ਦਾ ਦੀਦਾਰ ਕਰਨ ਜਾਣਾ, ਦਰਸ਼ਨ ਕਰਨ ਜਾਣਾ। ਹੁਣ ਗੁਰੂ ਨਾਨਕ ਸਾਹਿਬ ਦਾ ਦਰਸ਼ਨ ਕਰਨ ਦੇ ਲਈ ਚਲੋ ਮੰਨ ਲਓ ਵੀ ਆਪਾਂ ਆਪਣੇ 6ਵੇਂ ਪਾਤਸ਼ਾਹ ਜੀ ਦਾ ਦਰਬਾਰ ਚੁਣ ਲਿਆ, ਮੰਨ ਲਓ ਆਪਾਂ ਆਪਣੀ ਭਾਵਨਾ ਮੁਤਾਬਕ ਕਰਤਾਰਪੁਰ ਸਾਹਿਬ ਦੀ ਧਰਤੀ ਚੁਣ ਲਈ, ਨਨਕਾਣਾ ਸਾਹਿਬ ਚੁਣ ਲਿਆ, ਜਾਂ ਸ੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਚੁਣ ਲਿਆ। ਨਾਨਕ ਦੇ ਦਰਸ਼ਨ ਕਰਨ ਦੇ ਲਈ ਚੁਣ ਲਿਆ ਆਪਾਂ। ਸਾਡੀ ਤਮੰਨਾ, ਸਾਡੀ ਭਾਵਨਾ ਬਿਲਕੁਲ ਦਰੁਸਤ ਆ, ਸਹੀ ਆ, ਮਾੜੀ ਨਹੀਂ ਹੈ। ਪਰ ਗੁਰੂ ਸਾਹਿਬ ਜੀ ਕਹਿੰਦੇ ਨਾ ਪੁੱਤ, ਜਿਵੇਂ ਤੂੰ ਥਾਂ ਚੁਣੀ ਬੈਠਾ ਨਾ ਉੱਥੇ ਤਾਂ ਮੈਂ ਮਿਲਣਾ ਨਹੀਂ ਤੈਨੂੰ। ਮੈਨੂੰ ਮਿਲਣ ਦੇ ਲਈ ਤਾਂ ਭਾਈ ਲੈਣੇ ਤੋਂ ਤੈਨੂੰ ਸਿੱਖਣਾ ਪਊਗਾ। ਫਿਰ ਕੀ ਸਿੱਖਣਾਗਾ? ਕੋਟ ਅਪਰਾਧੀ ਤਰਿਆ ਰੇ, ਗੁਰੂ ਨਾਨਕ ਨੂੰ ਅੱਖਾਂ ਨਾਲ ਨਹੀਂ ਦੇਖੀਦਾ। ਗੁਰੂ ਨਾਨਕ ਸਾਹਿਬ ਨੂੰ ਅੱਖਾਂ ਨਾਲ ਨਹੀਂ ਦੇਖੀਦਾ। ਨਾ ਤਾਂ ਉਹ ਕਰਤਾਰਪੁਰ ਥਿਆਵੇ, ਨਾ ਨਨਕਾਣਾ ਸਾਹਿਬ ਥਿਆਵੇ, ਨਾ ਉਹ ਹਰਮੰਦਰ ਸਾਹਿਬ ਥਿਆਵੇ, ਨਾ ਪੰਜਾ ਸਾਹਿਬ ਥਿਆਵੇ, ਹਸਨ ਅਬਦਾਲ ਉਹ ਨਹੀਂ ਕਿਤੇ ਥਿਆਉਂਦਾ। ਥਿਆਊਗਾ ਕਿੱਥੇ? ਸਾਡੇ ਘਰ ਚ ਹੀ ਥਿਆ ਜਾਊਗਾ। ਥਿਆਊਗਾ ਕਿੱਥੇ? ਸਾਡੇ ਪਿੰਡ ਦੇ ਗੁਰਦੁਆਰੇ ਚ ਹੀ ਥਿਆ ਜਾਊਗਾ ਜੇ ਲੱਭਣਾਗਾ। ਕਿਵੇਂ ਲੱਭਦਾਗਾ? ਫਿਰ ਗੁਰੂ ਸਾਹਿਬ ਨੂੰ ਆ ਅੱਖਾਂ ਦੇ ਨਾਲ ਨਹੀਂ ਵੇਖਿਆ ਜਾਂਦਾ। ਗੁਰੂ ਨਾਨਕ ਨੂੰ ਵੇਖਣ ਦੇ ਲਈ ਤਾਂ ਸਾਨੂੰ ਸੁਰਤ ਦੀ ਅੱਖ ਆ ਜਿਹੜੀ ਉਹ ਖੋਲਣੀ ਪਊਗੀ। ਗੱਲ ਕਿੱਥੇ ਆ? ਜਿਹੜੀ ਗੱਲ ਆਪਾਂ ਪਹਿਲਾਂ ਕਰ ਲਈ, ਗੱਲ ਉੱਥੇ ਪਹੁੰਚ ਗਈ। ਸੁਰਤ ਦੀ ਅੱਖ ਕਿਹੜੀ ਆ? ਮਤਲਬ ਸਾਨੂੰ ਸੁਰਤ ਦੇ ਨਾਲ ਗੁਰੂ ਨਾਨਕ ਸਾਹਿਬ ਦੇ ਬੋਲਾਂ ਨੂੰ ਸੁਣਨਾ ਪਊਗਾ। ਸੁਣਨ ਦਰਸ਼ਨ ਕਰਨੇ ਪੈਣਗੇ ਆਪਾਂ ਨੂੰ, ਅੱਖਾਂ ਦੇ ਨਾਲ ਵੇਖਣਾ ਨਹੀਂ। ਸੁਣਨ ਦਰਸ਼ਨ। ਗੁਰੂ ਨਾਨਕ ਜਿਨ੍ਹਾਂ ਨੇ ਸੁਣ ਲਿਆ, ਸੁਣਿਆ, ਅੱਗੇ ਆਪਸ਼ਨ ਕੀ ਆ? ਉਹਨਾਂ ਨੇ ਵੇਖ ਲਿਆ। ਜਿਨ੍ਹਾਂ ਨੇ ਗੁਰੂ ਨਾਨਕ ਨੂੰ ਸੁਣ ਲਿਆ ਨਾ, ਉਹਨਾਂ ਨੇ ਵੇਖ ਲਿਆ। ਅਸਲ ਦੇ ਵਿੱਚ ਆਪਾਂ ਅਜੇ ਤੱਕ ਆਪਣੇ ਅੰਦਰ ਦੀ ਤਮੰਨਾ ਸੁਣਨ ਦੀ ਬਣਾਈ ਨਹੀਂ ਹੈ। ਚੇਤਾ ਰੱਖਿਓ, ਨੇਤਰ ਬੰਦ ਕਰਕੇ ਪੂਰੇ ਮਨ ਨੂੰ ਤੇ ਤਨ ਨੂੰ ਸਾਵਧਾਨ ਕਰਕੇ, ਇਕਾਗਰ ਕਰਕੇ ਗੁਰੂ ਦੇ ਬੋਲ ਸੁਣ ਕੇ ਦੇਖਿਓ। ਸੱਚਮੁੱਚ ਨਾ ਜਿਹੜੇ ਗੁਰੂ ਦੇ ਬੋਲ ਸੁਣਾਂਗੇ ਆਪਾਂ, ਮੈਂ ਵੀ ਤੁਹਾਡੇ ਵਿੱਚ ਹੀ ਆ, ਜਿਹਦੇ ਵੀ ਬੋਲ ਸੁਣਾਂਗੇ ਉਹ ਸਾਡੀ ਸੁਰਤ ਵਿੱਚ ਭੱਜਿਆ ਫਿਰਦਾ ਹੋਊਗਾ। ਇਹ ਤਾਂ ਗੁਰੂ ਰਾਮਦਾਸ ਮਹਾਰਾਜ ਆ, ਇਹ ਤਾਂ ਗੁਰੂ ਨਾਨਕ ਸਾਹਿਬ ਜੀ ਨੇ, ਇਹ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ। ਜਦੋਂ ਆਪਾਂ ਨੇਤਰ ਬੰਦ ਕਰਕੇ ਨਾ ਆਪਣੇ ਆਪ ਨੂੰ ਸਾਵਧਾਨ ਕਰਕੇ ਬੈਠਾਂਗੇ, ਮਨ ਨੂੰ ਫੁਰਨਿਆਂ ਤੋਂ ਰਹਿਤ ਕਰਕੇ ਬੈਠਾਂਗੇ, ਫਿਰ ਦਰਸ਼ਨ ਕਰਕੇ ਦੇਖਿਓ। ਤੇ ਸਾਡਾ ਦਰਸ਼ਨ ਕੀ ਆ? ਰਸਮ। ਵਾਹਿਗੁਰੂ ਭਲਾ ਕਰੇ ਇਸ ਗੱਲ ਤੋਂ ਥੋੜੇ ਜਿਹਾ ਆਪਾਂ ਉੱਪਰ ਉੱਠੀਏ, ਰਸਮ ਤੋਂ ਉੱਪਰ ਉੱਠੀਏ। ਰਸਮ ਦੇ ਵਿੱਚੋਂ ਇੱਕ ਅੱਖਰ ਕੱਟ ਦੋ ਆਪਾਂ, ਕਿਹੜਾ? ਮੰਮਾ ਕੱਟ ਦੋ, ਰਸ ਦੇ ਵਿੱਚ ਆਈਏ। ਰਾਰਾ, ਸੱਸਾ, ਮੰਮਾ। ਰਸਮ ਛੱਡ ਦਈਏ, ਮੰਮਾ ਛੱਡ ਦਈਏ ਤੇ ਦੋ ਅੱਖਰਾਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਈਏ। ਰਸ, ਗੁਰੂ ਤੋਂ ਰਸ ਲਈਏ। ਰਸ ਕਿਸ ਗੱਲ ਚ ਆ? ਸੁਣਨ ਚ। ਪਰ ਚੇਤਾ ਰੱਖਿਓ, ਸੁਣਨਾ ਜਾਂ ਗੁਰੂ ਨਾਨਕ ਸਾਹਿਬ ਨੂੰ ਬੁਲਾਉਣਾ, ਪੜ੍ਹਨਾ, ਇਹ ਕੰਮ ਸਾਨੂੰ ਗੁਰੂ ਪਾਤਸ਼ਾਹ ਤੋਂ ਪੁੱਛ ਕੇ ਹੀ ਕਰਨਾ ਪਵੇਗਾ। ਬਸ ਇਹਦੀ ਗੱਲ ਧਿਆਨ ਰੱਖਿਓ। ਹੁਣ ਆਪਾਂ ਪਹੁੰਚੇ ਕਿੱਥੇ ਆ? ਗੁਰੂ ਨਾਨਕ ਸਾਹਿਬ ਕੋਲੇ ਅਸੀਂ ਪਹੁੰਚ ਗਏ ਸਾਰੇ, ਮੈਂ ਵੀ ਪਹੁੰਚ ਗਿਆ, ਤੁਸੀਂ ਵੀ ਪਹੁੰਚ ਗਏ। ਫਿਰ ਇੱਥੇ ਗੁਰੂ ਨਾਨਕ ਸਾਹਿਬ ਨੇ ਜਿਹੜੀ ਗੱਲ ਕਹੀ ਨਾ, ਆਹ ਕਹੀ ਆ, ਬਾਹ ਖਸਮ ਤੂੰ ਬਾਹ। ਇਹ ਗੱਲ ਹੁਣ ਸਾਨੂੰ ਗੁਰੂ ਸਾਹਿਬ ਨੇ ਆਉਂਦਿਆਂ ਨੂੰ ਸਿਖਾਤੀ। ਪੁੱਤ ਤੂੰ ਆ ਗਿਆ ਮੇਰੇ ਕੋਲੇ, ਜਿੱਥੇ ਜੋੜਾ ਜੁੱਤੀ ਲਾਹੀ ਆ ਉੱਥੇ ਆਪਣੀ ਅਕਲ, ਹੰਕਾਰ, ਹਉਮੈ ਧਰਿਆ ਆ। ਹਾਂਜੀ। ਪੂਰਾ ਕਾਗਰ ਹੋ ਕੇ ਆਇਆ। ਹਾਂਜੀ। ਕੋਈ ਅੰਦਰ ਮਾਣ ਗੁਮਾਨ ਤਾਂ ਨਹੀਂ ਹੈ? ਨਹੀਂ ਜੀ। ਹੁਣ ਤੂੰ ਮੇਰੀ ਗੱਲ ਸੁਣ, ਆਪਣੇ ਆਪ ਵੱਲ ਤੱਕ, ਆਪਣੇ ਆਪ ਵੱਲ ਤੱਕ। ਉਹ ਪਰਮਾਤਮਾ ਨੇ ਸਾਨੂੰ ਪੈਰ ਦਿੱਤੇ, ਹੱਥ ਦਿੱਤੇ, ਸਿਰ ਮੂੰਹ ਦਿੱਤਾ, ਇਹਨਾਂ ਅੰਗਾਂ ਵੱਲ ਵੇਖ। ਜਿਹੜੇ ਇਹ ਅੰਗਾਂ ਦੇ ਨਾਲ ਜੁੜੇ ਹੋਏ ਨੇ, ਭਾਵੇਂ ਤੇਰੇ ਪੋਤੇ ਨੇ, ਭਾਵੇਂ ਪੜੋਤੇ ਨੇ, ਭਾਵੇਂ ਤੇਰੇ ਪੁੱਤਰ ਨੇ, ਭਾਵੇਂ ਪਤਨੀਆਂ, ਜੀਵਾਂ ਦੀ ਗੱਲ ਕੀਤੀ ਨਾ, ਸਾਡੇ ਅੰਗਾਂ ਨਾਲ, ਸਾਡੇ ਸਰੀਰ ਨਾਲ ਕਾਫੀ ਮਟੀਰੀਅਲ ਜੁੜਿਆ ਹੋਇਆ ਹੈਗਾ। ਜੋ ਜੁੜੇ ਹੋਏ ਨੇ ਉਹਨਾਂ ਵੱਲ ਵੇਖ, ਅਸੀਂ ਨਿਗਾਹ ਮਾਰ ਲਈ। ਹੁਣ ਪਦਾਰਥਾਂ ਵੱਲ ਵੇਖ,
ਇਹ ਸਰੀਰ ਨੂੰ ਚਲਾਉਂਦਾ ਕੀ ਆ? ਭੋਜਨ। ਸਰੀਰ ਕਾਹਦੇ ਆਸਰੇ ਆ? ਸਾਹਾਂ ਦੇ ਆਸਰੇ ਆ। ਭੋਜਨ ਵੱਲ ਵੇਖ, ਸਾਹਾਂ ਵੱਲ ਵੇਖ। ਅਸੀਂ ਹੁਣ ਪੂਰੀ ਧਿਆਨ ਦੇ ਨਾਲ ਗੁਰੂ ਦੀ ਗੱਲ ਸੁਣੀ ਜਾਂਦੇ। ਨਾਨਕ ਬਾਬਾ ਬੋਲੀ ਜਾਂਦਾ ਗਾ, ਕਿਉਂਕਿ ਨਾਨਕ ਦੇ ਸੁਣਨ ਕਰਕੇ ਦਰਸ਼ਨ ਕਰਨੇ ਨਾ। ਹੁਣ ਜਦੋਂ ਉਹ ਬੋਲ ਰਿਹਾ ਗਾ, ਅਸੀਂ ਪੂਰੇ ਧਿਆਨ ਦੇ ਨਾਲ ਮੇਰੇ ਪਾਤਸ਼ਾਹ ਦੇ ਬੋਲ ਸੁਣ ਰਹੇ ਹਾਂ। ਸੁਣਦੇ ਆ ਕੀ ਹੋ ਗਿਆ? ਗੁਰੂ ਸਾਹਿਬ ਕਹਿੰਦੇ ਹੁਣ ਤੂੰ ਬੋਲੀ ਨਾ, ਹੁਣ ਤੂੰ ਬੋਲੀ ਨਾ, ਵੇਖੀ ਚੱਲ। ਗੁਰੂ ਦੇ ਬੋਲ ਸੁਣਦੇ ਆ, ਅਸੀਂ ਬੋਲਣਾ ਬੰਦ ਕਰ ਦਿੱਤਾ। ਸੁਣ ਰਹੇ ਹਾਂ, ਆਪ ਮੁਹਾਰੇ ਮਜਬੂਰ ਹੋਣਾ ਪੈ ਗਿਆ। ਕਿਸ ਗੱਲ ਤੇ? ਇਸ ਗੱਲ ਤੇ। ਵਾਹ ਵਾਹ ਵਾਹ, ਮੇਰੇ ਨਾਲ ਇੰਨਾ ਕੁਝ ਜੁੜਿਆ ਹੋਇਆ। ਮੇਰੇ ਨਾਲ ਪੁੱਤ ਪੋਤੇ ਪੜੋਤੇ ਇੰਨੇ ਜੁੜੇ ਹੋਏ ਨੇ ਮੇਰੇ ਨਾਲ। ਮੇਰੇ ਸਰੀਰ ਦੇ ਆਹ ਗੁਣ ਨੇ, ਮੇਰੇ ਹੱਥਾਂ ਦੇ ਆਹ ਕੰਮ ਨੇਗੇ, ਮੇਰੇ ਨਾਲ ਆਹ ਪਦਾਰਥ ਜੁੜੇ ਹੋਏ ਨੇ। ਵਾਹ ਓਏ ਦਾਤਿਆ, ਜਿਸ ਨੇ ਤੂੰ ਰਚਨਾ ਰਚੀ ਆ ਨਾ, ਤੂੰ ਸੱਚਮੁੱਚੀ ਵਾਹ। ਹੁਣ ਇੱਥੇ ਰਸਮ ਕੱਟੀ ਗਈ, ਰਸ ਰਹਿ ਗਿਆ। ਰਸਮ ਕਿਹੜੀ ਕੱਟੀ ਗਈ? ਇੱਕ ਕਿਸੇ ਬਾਬੇ ਦੇ ਕਹਿਣ ਤੇ ਵਾਹਿਗੁਰੂ ਕਿਹਾ। ਉਹਨੇ 40 ਦਿਨ ਲਾਤਾ, ਕਹਿੰਦਾ ਵਿਆਹ ਹੋ ਜੂ, ਕਹਿੰਦਾ ਵਾਹਿਗੁਰੂ ਵਾਹਿਗੁਰੂ ਕਰੀ ਚੱਲ। ਵਿਆਹ ਕਿੱਥੇ? ਉਹ ਨਸ਼ੇ ਤਾਂ ਸਾਰੇ ਪਿੰਡ ਦੇ ਕਰ ਦਾਂਗਾ। ਬਾਬੇ ਨੇ ਕਿਹਾ, ਕਹਿੰਦੇ ਭਾਈ 40 ਦਿਨ ਵਾਹਿਗੁਰੂ ਵਾਹਿਗੁਰੂ ਕਰਨਾ, ਕਹਿੰਦੇ ਕੁਛ ਨਾ ਕੁਛ ਮਿਲ ਜੂਗਾ। ਨਹੀਂ, ਮੈਂ ਹੀ ਨਹੀਂ ਮੰਨਦਾ ਇਸ ਗੱਲ ਨੂੰ, ਤੁਸੀਂ ਮੰਨੀ ਜਾਓ। ਬਸ ਇੱਥੇ ਆ ਕੀ ਫਰਕ ਆ ਵੀ ਅਸੀਂ ਗੁਰੂ ਨੂੰ ਦੇਣ ਲੈਣ ਚ ਵਰਤਣਾ ਸ਼ੁਰੂ ਕਰਤਾ। 1000 ਰੁਪਏ ਦੀ ਕੜਾਹ ਪ੍ਰਸ਼ਾਦ ਕਰਾ ਦੋ, ਪਰਚੀ ਕਟਾ ਲਓ, ਕੁਛ ਮਿਲ ਜੂ ਨਾ, ਕੁਛ ਨਹੀਂ ਮਿਲਣਾ। ਵਡਿਆਈ ਮਿਲ ਸਕਦੀ ਆ, ਉਹ ਵੀ ਲੋਕਾਂ ਦੀ। ਹੁਣ ਗੁਰੂ ਨਾਨਕ ਸਾਹਿਬ ਨੇ ਕੀ ਕਿਹਾ ਵੀ ਤੈਨੂੰ ਰਸਮੀ ਤੌਰ ਤੇ ਵਾਹਿਗੁਰੂ ਨਹੀਂ, ਰਾਮ ਨਹੀਂ, ਅੱਲਾ ਨਹੀਂ, ਇੱਥੇ ਤਾਂ ਖੁਦ ਆਪਣੇ ਵੱਲ ਨਿਗਾਹ ਮਾਰ ਕੇ ਕਹਿਣਾ ਪਊ ਵਾਹ ਵਾਹ ਵਾਹ। ਫਿਰ ਵਾਹ ਕੀ ਆ? ਮੈਂ ਹੈਰਾਨ ਹਾਂ, ਮੈਂ ਹੈਰਾਨ ਹਾਂ, ਮੈਂ ਹੈਰਾਨ ਹਾਂ। ਕਿਸ ਗੱਲ ਤੋਂ? ਰਚਨਾ ਰਚਨ ਵਾਲਿਆ, ਤੇਰੀ ਰਚਨਾ ਦਾ ਅੰਤ ਨਹੀਂ ਪਾ ਸਕਦਾ। ਇੱਥੇ ਆਹ ਗੱਲ ਕਹਿਣੀ ਹੈ। ਗੁਰੂ ਨਾਨਕ ਸਾਹਿਬ ਕੋਲੇ ਆਏ ਨਾ, ਇਹਨੇ ਆਹ ਗੱਲ ਸਮਝਾਤੀ ਸਾਨੂੰ। ਗੁਰੂ ਨਾਨਕ ਸਾਹਿਬ ਨੇ ਆਹ ਗੱਲ ਸਾਨੂੰ ਸਮਝਾ ਦਿੱਤੀ। ਹੁਣ ਆਪਾਂ ਪੰਕਤੀ ਪੜ੍ਹੀਏ, ਵਿਚਾਰ ਕਰ ਲਈ। ਪੰਕਤੀ ਕੀ ਲਿਖਿਆ ਹੈਗਾ? ਵਾਹ ਖਸਮ ਤੂੰ ਵਾਹ। ਲਫ਼ਜ਼ ਇੱਥੇ ਖਸਮ ਵੀ ਵਰਤਿਆ, ਪਰ ਆਪਾਂ ਵਾਹਿਗੁਰੂ ਕਿਹਾ, ਪਰ ਉਹਨੂੰ ਖਸਮ ਨਹੀਂ ਕਿਹਾ। ਵਾਹ ਖਸਮ ਤੂੰ ਵਾਹ। ਅੱਗੇ ਜਿਨ ਰਚ ਰਚਨਾ ਹਮ ਕੀਏ, ਸਮੇਤ ਮੇਰੇ। ਹਮ ਤੋਂ ਭਾਵ ਮੈਂ, ਸਮੇਤ ਮੇਰੇ ਜਿੰਨੀ ਤੂੰ ਰਚਨਾ ਰਚੀ ਆ ਨਾ, ਤੇਰੀ ਰਚੀ ਹੋਈ ਰਚਨਾ ਵੱਲ ਵੇਖ ਕੇ ਮੇਰਾ ਮਨ ਖੁਸ਼ ਆ ਪੂਰਾ। ਮੇਰੇ ਮਨ ਤੋਂ ਭਾਵ ਮੇਰਾ ਦਿਮਾਗ ਖੁਸ਼ ਆ। ਅੱਛਾ, ਜਦੋਂ ਦਿਮਾਗ ਖੁਸ਼ ਹੋਵੇ ਸਕੂਨ ਮਿਲਦਾ। ਹੁਣ ਖੁਸ਼ੀ ਤਾਂ ਹੈ ਹੀ ਨਹੀਂ ਸਾਡੇ ਕੋਲ, ਕਿ ਹੈਗੀ ਆ? ਮਾੜੀ ਨਿਗਾਹ ਮਾਰ ਕੇ ਵੇਖ ਲਓ। ਚੱਲਦੇ ਚੱਲਦੇ ਆਪਾਂ ਖੁਸ਼ੀ 'ਚ ਵੀ ਨਿਗਾਹ ਮਾਰ ਲਓ ਵੀ ਖੁਸ਼ੀ ਸਾਡੇ ਕੋਲ ਹੈਗੀ ਹੈ ਕਿ ਨਾ। ਰੁਪਈਏ ਬਹੁਤ ਨੇ, ਖੁਸ਼ੀ ਨਹੀਂ ਹੈ। ਜ਼ਮੀਨਾਂ ਬਹੁਤ ਆ, ਖੁਸ਼ੀ ਨਹੀਂ ਹੈ। ਪਰਿਵਾਰ ਬਹੁਤ ਵੱਡਾ, ਖੁਸ਼ੀ ਨਹੀਂ ਹੈ। ਖਾਣ ਪੀਣ ਦੇ ਸਾਧਨ ਬਹੁਤ ਨੇ, ਖੁਸ਼ੀ ਨਹੀਂ ਹੈ। ਚੇਤਾ ਰੱਖਿਓ, ਇੱਕ ਥੋੜੀ ਦੁਨਿਆਵੀ ਤੌਰ ਤੇ ਉਦਾਹਰਨ ਬਣਾ ਲਓ। ਮੰਨ ਲਵੋ ਵੀ ਸਾਡੇ ਸੰਸਾਰ ਦੀ ਜਾਂ ਸਾਡੀ ਸੰਸਾਰ ਦੀ ਜਾਂ ਸਾਡੀ ਇੱਕ ਰੀਤ ਹੈ, ਇੱਕ ਸੁਭਾਅ ਕੀ ਆ? ਜਿਹੜਾ ਮੇਰਾ ਦੁਸ਼ਮਣ ਆ ਨਾ, ਮੇਰਾ ਦੁਸ਼ਮਣ ਆ ਜਿਹੜਾ, ਮੈਂ ਜਦੋਂ ਮੈਨੂੰ ਉਹ ਟੱਕਰ ਗਿਆ ਉਹਦੇ ਵੱਲ ਵੇਖ ਕੇ ਕ੍ਰੋਧਿਤ ਹੋ ਜਾਊਂਗਾ। ਮੇਰਾ ਮਨ ਕ੍ਰੋਧ ਦੀ ਅਵਸਥਾ ਵਿੱਚ ਚਲਾ ਜਾਊਗਾ। ਉਹਦੇ ਨਾਲ ਬਹਿ ਕੇ ਰੋਟੀ ਖਾਣੀ ਤਾਂ ਦੂਰ ਦੀ ਗੱਲ ਆ, ਉਹਦੇ ਨਾਲ ਗੱਲਬਾਤ ਕਰਦੀ ਤਾਂ ਬਹੁਤ ਦੂਰ ਦੀ ਗੱਲ ਆ, ਉਹਦੇ ਨਾਲ ਹੱਥ ਮਿਲਾਉਣਾ ਤਾਂ ਬਹੁਤ ਦੂਰ ਦੀ ਗੱਲ ਆ, ਬੜੀ ਦੂਰ ਦੀ ਗੱਲ ਆ ਨਾ। ਜਿੰਨਾ ਮਰਜ਼ੀ ਐਗਜ਼ਾਮਪਲ ਅੱਗੇ ਉਦਾਹਰਨ ਬਣਾ ਲਓ ਦੀ। ਹੁਣ ਹੋਇਆ ਕੀ ਆ? ਅਗਲਾ ਪੱਖ ਇੱਕ ਸਾਡੇ ਉਹ ਦੁਸ਼ਮਣ ਆ ਘਰ ਦੇ ਵਿੱਚ, ਜਿਨ੍ਹਾਂ ਦੇ ਨਾਲ ਅਸੀਂ ਲੜਦੇ ਦਿਨ ਰਾਤ ਹਾਂ, ਪਰ ਰੋਟੀ ਇਕੱਠੇ ਖਾਂਦੇ ਹਾਂ। ਲੜਦੇ ਦਿਨ ਰਾਤ ਹਾਂ, ਰਹਿਣ ਦੀ ਇੱਕ ਥਾਂ, ਬਹਿਣ ਦੀ ਪੈਣ ਦੀ ਇੱਕ ਥਾਂ ਹੈ। ਲੜਦੇ ਦਿਨ ਰਾਤ ਤਾਂ ਇੱਕ ਦੂਜੇ ਨੂੰ ਬੁਲਾ ਵੀ ਰਹੇ ਹਾਂ। ਫਿਰ ਗੁਰੂ ਨਾਨਕ ਸਾਹਿਬ ਹੱਸ ਪਏ, ਕਹਿੰਦੇ ਤੂੰ ਇਹੋ ਜਿਹੇ ਦੁਸ਼ਮਣਾਂ 'ਚ ਰਹਿ ਰਹਾਂਗਾ, ਜਿਹੜੇ ਤੇਰੇ ਦੁਸ਼ਮਣ ਵੀ ਸਭ ਤੋਂ ਵੱਡੇ ਨੇ, ਖਤਰਨਾਕ ਨੇ, ਤੇ ਉਹਨਾਂ ਦੇ ਵਿੱਚ ਰਹਿੰਦਾ ਹੋਇਆ ਤੈਨੂੰ ਖਾਣਾ ਪੀਣਾ ਵੀ ਉਹਨਾਂ ਦੇ ਨਾਲ ਹੀ ਪੈ ਰਿਹਾ ਹੈਗਾ। ਤੇ ਐਦੋਂ ਵੱਡਾ ਕੋਈ ਹੋਰ ਨਰਕ ਨਹੀਂ ਹੈ। ਜਿੱਥੇ ਬੰਦੇ ਦਾ ਦੁਸ਼ਮਣ ਆ, ਦੁਸ਼ਮਣ ਨੂੰ ਦੇਖ ਕੇ ਬੰਦੇ ਨੂੰ ਕ੍ਰੋਧ ਚੜਦਾ ਹੈਗਾ, ਅੰਦਰੋਂ ਈਰਖਾ ਜਾਗਦੀ ਆ। ਅਸੀਂ ਉਹਨਾਂ ਦੁਸ਼ਮਣਾਂ 'ਚ ਰਹਿ ਰਹੇ ਹਾਂ। ਉਹ ਦੁਸ਼ਮਣ ਕਿਹੜੇ ਨੇ? ਗੁਰੂ ਨਾਨਕ ਦੀ ਗੱਲ ਨੂੰ ਨਾ ਸਮਝਣ ਤੋਂ ਬਿਨਾਂ ਸਾਡਾ ਪਰਿਵਾਰ ਸਾਡਾ ਦੁਸ਼ਮਣ ਆ।
ਜਿਹਦੇ ਗੁਰੂ ਨਾਨਕ ਸਾਹਿਬ ਦੇ ਬੋਲ ਸਮਝ ਲਏ ਨਾ, ਫਿਰ ਤਾਂ ਪੁੱਤ ਦੇ ਵਿੱਚੋਂ ਧੀ ਦੇ ਵਿੱਚੋਂ ਵਾਹਿਗੁਰੂ ਦਿਸੂਗਾ। ਜਿਨ ਰਚ ਰਚਨਾ ਹਮ ਕੀਏ, ਹਮ ਦੇ ਵਿੱਚੋਂ ਤੁਮ ਦੇ ਵਿੱਚੋਂ ਮਤਲਬ ਪੁੱਤਰਾਂ ਧੀਆਂ ਵਿੱਚੋਂ, ਫਿਰ ਤਾਂ ਮਾਲਕ ਦਾ ਦੀਦਾਰ ਹੋਵੇਗਾ ਨਾ। ਜਦੋਂ ਔਲਾਦ ਵਿੱਚੋਂ, ਪਰਿਵਾਰ ਵਿੱਚੋਂ ਔਲਾਦ ਦਾ ਦੀਦਾਰ ਹੋਵੇਗਾ ਨਾ, ਫਿਰ ਸਕੂਨ ਮਿਲੂ, ਖੁਸ਼ੀ ਮਿਲੂਗੀ। ਤੇ ਹੁਣ ਕੀ ਮਿਲਦਾ? ਹੁਣ ਤਾਂ ਹੀ ਲੱਗਦਾ ਵੀ ਇਹ ਬੁੜੀ ਜੀ ਕਿਉਂ ਮੱਥੇ ਲੱਗਦੀ ਆ ਰੋਜ਼, ਇਹਨੂੰ ਛੱਡਿਓ ਕਿਸੇ ਪਾਸੇ। ਬੁੜਾ ਜਿਹਾ ਕਿਉਂ ਮੱਥੇ ਲੱਗਦਾ? ਠੀਕ ਆ, ਬਾਅਦ ਵਿੱਚ ਬਹੁਤ ਕੁਝ ਹੋ ਜਾਂਦਾ ਮਰਨ ਤੋਂ ਬਾਅਦ ਚ, ਪਹਿਲਾਂ ਤਾਂ ਉਹਨੂੰ ਦੇਖਣ ਤੇ ਵੀ ਅਲਰਜੀ ਹੁੰਦੀ ਆ, ਦਿਨ ਰਾਤ ਦੀ ਲੜਾਈ। ਹੁਣ ਗੁਰੂ ਸਾਹਿਬ ਕਹਿੰਦੇ ਏਦੂ ਵੱਡਾ ਨਰਕ ਕੋਈ ਨਹੀਂ ਹੈ। ਕਹਿੰਦੇ ਨਾ, ਦੋ ਨਣਦ ਤੇ ਭਰਜਾਈ ਬੜੇ ਹੀ ਲੜਦੀਆਂ ਸੀ, ਬੜੇ ਹੀ ਲੜਦੀਆਂ ਸੀ। ਕੁਦਰਤੀ ਇੱਕ ਵਿਅੰਗ ਕੱਸਿਆਗਾ, ਕੁਦਰਤੀ ਕਹਿੰਦੇ ਉਹ ਮਰ ਗਈਆਂ ਇਕੱਠੀਆਂ ਹੀ। ਦੇਖੋ ਮੈਂ ਪਹਿਲਾਂ ਗੱਲ ਕੀਤੀ ਆ, ਵਿਅੰਗ ਆ ਇੱਕ, ਇਕੱਠੀਆਂ ਮਰ ਗਈਆਂ। ਤੇ ਜਦੋਂ ਕਹਿੰਦੇ ਉਹ ਪੇਸ਼ ਹੋਈਆਂ ਨਾ ਧਰਮਰਾਜ ਕੋਲੇ, ਦੇਖੋ ਗੁਰਬਾਣੀ ਇਹੋ ਜਿਹੀਆਂ ਗੱਲਾਂ ਨੂੰ ਨਹੀਂ ਮੰਨਦੀ, ਪਰ ਉਹ ਵਿਅੰਗ ਆ ਇੱਕ। ਕਹਿੰਦੇ ਧਰਮਰਾਜ ਬੜਾ ਹੱਸਿਆ ਉਹਨਾਂ ਨੂੰ ਦੇਖ ਕੇ, ਕਹਿੰਦਾ ਚਲੋ ਐਂ ਕਰੋ, ਇਹਨਾਂ ਨੂੰ ਕਹਿੰਦਾ ਸਵਰਗ 'ਚ ਭੇਜੋ, ਦੋਨਾਂ ਨੂੰ ਇਕੱਠਿਆਂ ਨੂੰ ਸਵਰਗ 'ਚ ਭੇਜ ਦਿਓ। ਨਾਲ ਦੇ ਅਹਿਲਕਾਰ ਕਹਿੰਦੇ ਕੀ ਗੱਲ ਜੀ, ਇਹਨਾਂ ਨੂੰ ਕੋਈ ਚੰਗਾ ਕੰਮ ਤਾਂ ਕੀਤਾ ਹੀ ਨਹੀਂ ਗਿਆ, ਤਾਂ ਸਾਰੀ ਉਮਰ ਲੜਦੀਆਂ ਹੀ ਰਹੀਆਂ। ਉਹ ਕਹਿੰਦਾ ਮੈਨੂੰ ਵੀ ਇਸੇ ਕਰਕੇ ਤਰਸ ਆ ਗਿਆ ਨਾ, ਵੀ ਸਾਰੀ ਉਮਰ ਲੜਦੀਆਂ ਰਹੀਆਂ ਨੇ, ਚੱਲ ਹੁਣ ਇਹਨਾਂ ਨੂੰ ਸਵਰਗ 'ਚ ਭੇਜ ਦਿਓ। ਸਾਰੀ ਉਮਰ ਜਿੱਥੇ ਲੜਾਈ ਆ ਨਾ, ਉੱਥੇ ਨਰਕ ਆਗਾ। ਜਿੱਥੇ ਲੜਾਈ ਆ, ਸਾਰੀ ਉਮਰ ਲੜਾਈ 'ਚ ਕੱਢੀ ਆ, ਨਰਕ ਤਾਂ ਪੂਰਾ ਕਰਿਆ ਆਈਆਂ, ਵੀ ਇਹਨਾਂ ਨੂੰ ਹੁਣ ਸਵਰਗ 'ਚ ਭੇਜ ਦਿਓ। ਤੇ ਦੋਨੇ ਨਾ ਇੱਕ ਆਵਾਜ਼ ਵਿੱਚ ਬੋਲੀਆਂ। ਕੀ ਬੋਲੀਆਂ? ਕਹਿੰਦੀਆਂ ਅਸੀਂ ਤੇਰੇ ਵਾਲੇ ਸਵਰਗ ਨੂੰ ਐਵੇਂ ਚੰਗੀਆਂ, ਐਵੇਂ ਚੰਗੀਆਂ। ਕਰਨਾ ਕੀ ਆ? ਸਾਨੂੰ ਭੇਜ ਭਾਵੇਂ ਨਰਕਾਂ 'ਚ ਦੇ, ਪਰ ਭੇਜ ਦੇ ਅੱਡੋ ਅੱਡ। ਭੇਜ ਭਾਵੇਂ ਨਰਕਾਂ 'ਚ ਦੇ, ਭੇਜ ਦੇ ਅਲੱਗ ਅਲੱਗ। ਅਸੀਂ ਇੱਕ ਦੂਜੀ ਨੂੰ ਮੱਥੇ ਨਹੀਂ ਲਾਉਣਾ ਚਾਹੁੰਦੀਆਂ। ਭਾਵ ਸਾਡਾ ਉਹ ਪਰਿਵਾਰ ਦੇ ਨਾਲ ਨਾਤਾ ਜੁੜਿਆ ਹੋਇਆ ਜਿੱਥੇ ਦਿਨ ਰਾਤ ਦੀ ਲੜਾਈ ਆ, ਦਿਨ ਰਾਤ ਦੇ ਕਲੇਸ਼ ਨੇਗੇ। ਇਹਨਾਂ ਕਲੇਸ਼ਾਂ ਤੋਂ ਮੁਕਤੀ ਆ ਇੱਕ ਪੰਕਤੀ ਪੜ੍ਹ ਕੇ ਆਪਣੀ ਜ਼ਿੰਦਗੀ 'ਚ ਅਮਲ ਕਰਕੇ ਮੈਨੂੰ ਲੱਗਦਾ ਪੈ ਸਕਦੀ ਆ। ਇੱਕ ਪੰਕਤੀ ਆ ਪੜ੍ਹ ਕੇ ਨਾ ਸਾਡੇ ਦੁਨੀਆ ਦੇ ਵਿੱਚ ਲੜਾਈ ਝਗੜੇ ਵਾਲੇ ਮਸਲੇ ਨੇ ਜਿਹੜੇ ਹੱਲ ਹੋ ਸਕਦੇ ਨੇ, ਪਰ ਨਹੀਂ, ਅਸੀਂ ਉਹ ਮਸਲਾ ਹੱਲ ਕਰਾਉਣਾ ਨਹੀਂ ਚਾਹੁੰਦੇ। ਜੇ ਕਿਸੇ ਨੂੰ ਆਪਾਂ ਕਹੀਏ ਪਾਣੀ ਪੀ ਲਓ, ਕਹਿੰਦਾ ਮੈਨੂੰ ਤੇ ਹੀ ਨਹੀਂ ਹੈ, ਮੈਨੂੰ ਕੀ ਲੋੜ ਆ ਪੀਣ ਦੀ। ਹੁਣ ਗੁਰਬਾਣੀ ਪੜ੍ਹਨ ਦੀ, ਸੁਣਨ ਦੀ ਸਾਨੂੰ ਤੇ ਹੀ ਨਹੀਂ ਹੈ। ਜੇ ਤੇ ਨਹੀਂ ਹੈ ਤਾਂ ਉਹ ਸਾਡੇ ਕਲੇਸ਼ ਚੱਲੀ ਜਾਂਦੇ ਨੇ। ਕਲੇਸ਼ ਮਿਟਾਉਣੇ ਆ, ਗੁਰਬਾਣੀ ਦੇ ਲੜ ਲੱਗ ਜਾਓ, ਕਲੇਸ਼ ਮਿਟ ਜਾਣਗੇ। ਕਿਉਂ? ਕਿਉਂਕਿ ਗੁਰਬਾਣੀ ਨਿਮਰਤਾ ਦਾ ਪੱਖ ਦਿੰਦੀ ਆ, ਤੇ ਜਦੋਂ ਬੰਦਾ ਨਿਮਰਤਾ ਦਾ ਅਧੀਨ ਹੋ ਗਿਆ ਨਾ, ਫਿਰ ਬੰਦਾ ਪਾਸਾ ਵੱਟ ਜਾਂਦਾ ਵੀ ਚਲੋ ਛੱਡੋ ਖੜਾ, ਕੋਈ ਗੱਲ ਨਹੀਂ, ਹੈ ਨਾ। ਇੱਥੇ ਗੁਰੂ ਸਾਹਿਬ ਕਹਿੰਦੇ ਫਿਰ ਭਾਈ ਆਪਾਂ ਉਹ ਪਰਮਾਤਮਾ ਦਾ ਸ਼ੁਕਰ ਕਿਹੜੇ ਆਗਾਜ਼ ਵਿੱਚ ਕਰਨਾ? ਬਾਹ ਖਸਮ ਤੂੰ ਬਾਹ ਜਿਨ ਰਚ ਰਚਨਾ ਹਮ ਕੀਏ। ਜਿਹੜੀ ਤੂੰ ਰਚਨਾ ਰਚੀ ਆ ਨਾ ਪਾਤਸ਼ਾਹ ਜੀ, ਮੈਂ ਤੇਰੀ ਰਚਨਾ ਦੇ ਵਿੱਚ ਰਹਿੰਦਾ ਹੋਇਆ ਇੰਨਾ ਕੁ ਖੁਸ਼ ਹਾਂ ਕਿ ਮੈਂ ਹੁਣ ਕਿਸੇ ਦੇ ਕਹਿਣ ਤੇ ਵਾਹਿਗੁਰੂ ਵਾਹਿਗੁਰੂ ਨਹੀਂ ਕਹਿੰਦਾ। ਹੁਣ ਮੈਂ ਤੇਰੇ ਦੱਸੇ ਹੋਏ ਜ਼ਿੰਦਗੀ ਦੇ ਵਿੱਚ ਗੁਣ ਅਪਣਾ ਲਏ, ਉਹਨਾਂ ਗੁਣਾਂ ਨੂੰ ਅਪਣਾ ਕੇ ਮੇਰੇ ਮੂੰਹੋਂ ਆਪ ਮੁਹਾਰੇ ਰਾਮ ਰਾਮ ਅੱਲਾ ਖੁਦਾ ਭਗਵਾਨ ਵਾਹਿਗੁਰੂ ਲਫ਼ਜ਼ ਨਿਕਲਣੇ ਸ਼ੁਰੂ ਹੋ ਗਏ। ਇਹ ਕਹਿਣੇ ਨਹੀਂ, ਕਿਸੇ ਨੂੰ ਪੁੱਛ ਕੇ ਨਹੀਂ ਕਹਿਣੇ ਵੀ ਕਿੰਨਾ ਘੰਟਾ ਲਾਉਣਾ, 2 ਘੰਟੇ ਲਾਉਣੇ ਆ, 10 ਘੰਟੇ ਲਾਉਣੇ ਨਾ। ਇਹ ਤਾਂ ਆਪ ਮੁਹਾਰੇ, ਆਪ ਮੁਹਾਰੇ ਕਿਰਪਾ ਹੋਣੀ ਹੈ। ਚਲੋ ਵਾਹਿਗੁਰੂ ਸ਼ੁਕਰ ਆ, ਭਲਾ ਕਰੇ ਆਪਾਂ ਤੋਂ ਇੱਕ ਪੰਕਤੀ ਦੀ ਵਿਚਾਰ ਦੀ ਸੇਵਾ ਲੈ ਲਈ, ਇੱਕ ਪੰਕਤੀ ਦੀ। ਹੁਣ ਤੱਕ ਅਗਲੀ ਪੰਕਤੀ, ਸਾਗਰ ਲਹਿਰ ਸਮੁੰਦ ਸਰ ਬੇਲ ਬਰਸ ਬਰਾ। ਸਾਗਰ ਲਹਿਰ ਸਮੁੰਦ ਸਰ ਬੇਲ ਬਰਸ ਬਰਾ। ਹੁਣ ਗੁਰੂ ਸਾਹਿਬ ਜੀ ਕਹਿੰਦੇ ਸਮੁੰਦਰ ਦੀਆਂ ਲਹਿਰਾਂ, ਤਲਾਬ, ਹਰੀਆਂ ਬੇਲਾਂ, ਬਰਖਾ ਕਰਨ ਵਾਲੇ ਇਹ ਸਾਧਨ ਸਾਰੇ ਤੈਂ ਬਣਾਏ ਨੇ। ਹਰੀਆਂ ਬੇਲਾਂ, ਬਨਸਪਤੀ, ਸਮੁੰਦਰ, ਨਦੀਆਂ, ਨਾਲੇ ਸਭ ਤੈਂ ਬਣਾਏ ਨੇ। ਸੱਚੀ ਗੱਲ ਆ, ਹਨਾ। ਬੰਦੇ ਨੇ ਨਹੀਂ ਬਣਾਏਗੇ। ਜੇ ਬੰਦੇ ਨੇ ਬਣਾਏ ਹੁੰਦੇ ਤਾਂ ਕਬਜ਼ਾ ਹੋ ਜਾਂਦਾ ਨਾ, ਤੇ ਬੰਦੇ ਨੇ ਬਣਾਏ ਹੁੰਦੇ ਤਾਂ ਕਬਜ਼ਾ ਹੋ ਜਾਣਾ ਸੀਗਾ। ਪਰ ਬਣਾਏ ਕਿਹਨੇ ਆ? ਇੱਕ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਨੇ ਬਣਾਏ ਨੇ। ਜੇ ਉਹਨੇ ਬਣਾਏ ਨੇ ਤਾਂ ਉਹਦੀਆਂ ਬਣਾਈਆਂ ਹੋਈਆਂ ਦਾਤਾਂ ਨੂੰ ਅਸੀਂ ਵਰਤ ਰਹੇ ਹਾਂ। ਉਹਨੇ ਦਾਤ ਰੱਖਤੀ ਪਾਣੀ ਦੀ ਕਿੱਥੇ? ਧਰਤੀ ਦੇ ਹੇਠਾਂ। ਅਸੀਂ ਉਹ ਧਰਤੀ ਚੋਂ ਪਾਣੀ ਕੱਢ ਲਿਆ, ਵਰਤੀ ਜਾਂਦੇ ਆ।
पर पानी बंदे ने नहीं बनाया, पानी बनाया परमात्मा ने आ, वरत्या बंदे ने आ। पानी नूं कड्ढण दा तरीका, संभालण दा तरीका, शुद्ध करन दा तरीका वो बंदे कोले आ। तरीका उन्हें देता, दिमाग देता भी इहनूं वरतना किवें हैगा। इत्थे गुरु साहब जी कहते सागर लहर समुंद सर बेल, बेलां बनस्पति, फिर की है सब कुछ तैं बनाया गा। आप खड़ोवै आप कर, आप पीना कप्पा। सब कुछ बनाउण तो बाद ऐ रचनहारे दाता जी तू आप सारियां ये जिहड़ियां चीज़ां बनाईयां ने ना, रचना रची आ, इहदे विच तू आप बैठ गया, होर तेरे बिना कोई इन्हां विच आके बैठिया नहीं गा। हुण बहुत आ ना जिहड़े रब दे शरीक बने हुए ने, चलो आपां नाल नाल इशारा करना ही अपना हक बनदा गा। जिहड़े रब कहाउंदे ने वो कोई भी चीज़ दे पहलां तां इह आ भी बनाउण दे हकदार ही नहीं हन, ना वो हकदार ने, ना वो बना सकदे, ना कुछ बनाया। ते जिहड़ी चीज़ वाहिगुरू ने बनाई आ उहदे विच ओह समा भी नहीं सके, बाकी तां छड्डो, ਉਹਦੇ ਵਿੱਚ ਉਹ ਸਮਾ ਵੀ ਨਹੀਂ ਸਕੇ, ਉਹਦੇ ਵਿੱਚ ਲੀਨ ਵੀ ਨਹੀਂ ਹੋ ਸਕੇ। ਹਰੀਆਂ ਬੇਲਾਂ 'ਚ ਵੜ ਗਏ ਨਾ, ਪਹਾੜਾਂ 'ਚ ਵੜ ਗਏ ਨਾ, ਸਮੁੰਦਰ 'ਚ ਵੜ ਗਏ ਨਾ, ਝਰਨਿਆਂ ਨੂੰ ਸਮਝ ਲਿਆ ਕਿੱਥੋਂ ਆ ਰਿਹਾ ਪਾਣੀ ਨਾ। ਫਿਰ ਪਾਤਸ਼ਾਹ ਜੀ ਕਹਿੰਦੇ ਉਹ ਰੱਬ ਕੈਸੇ ਹੋਏ? ਇਸੇ ਕਰਕੇ ਬਾਬੇ ਨਾਨਕ ਦੀ ਕਿਸੇ ਨਾਲ ਬਣਦੀ ਨਹੀਂ, ਇਸੇ ਕਰਕੇ ਇਹਨਾਂ ਬਣਦੀ ਗੀ। ਹੁਣ ਉਹ ਗੱਪ ਮਾਰਦੇ ਨੇ, ਗੱਪ ਸੁਣਾਉਂਦੇ ਨੇ, ਬਾਬਾ ਨਾਨਕ ਸੱਚ ਬੋਲਦਾ ਤੇ ਸੱਚ ਸੁਣਾਉਂਦਾ, ਬਸ ਇੰਨੀ ਫਰਕ ਹੈਗਾ। ਹੁਣ ਅੱਗੇ ਪਾਤਸ਼ਾਹ ਜ਼ਿਕਰ ਕਰਦੇ ਨੇ ਗੁਰਮੁਖ ਸੇਵਾ ਥਾਏ ਪਵੈ। ਫਿਰ ਕਹਿੰਦੇ ਜਿਹੜੇ ਗੁਰਮੁਖ ਆ ਨਾ ਉਹ ਅਜਿਹੀ ਸੇਵਾ ਆਰੰਭ ਕਰ ਲੈਂਦੇ ਨੇ ਭਾਈ। ਜਿਹੜੀ ਸੇਵਾ ਪਿੱਛੇ ਆਪਾਂ ਨੂੰ ਦੱਸਦੀ, ਗੁਰੂ ਸਾਹਿਬ ਜੀ ਕਹਿੰਦੇ ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਅਪਰਾਧੀ ਤਰਿਆ ਰੇ, ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਪਰਿਆ ਰੇ। ਉਹ ਜਨਮ ਮਰਨ ਤੋਂ ਮੁਕਤ ਹੋ ਜਾਂਦਾ ਜਿਨ੍ਹਾਂ ਨੇ ਗੁਰੂ ਨਾਨਕ ਨੂੰ ਸੁਣਨਾ ਸ਼ੁਰੂ ਕਰ ਦਿੱਤਾ। ਫਿਰ ਜਿਹੜੇ ਗੁਰਮੁਖ ਨੇ ਉਹ ਅਵਸਥਾ ਦੇ ਧਾਰਨੀ ਬਣ ਗਏ। ਗੁਰਮੁਖ ਸੇਵਾ ਥਾਏ ਪਵੈ, ਫਿਰ ਆਹ ਸੇਵਾ ਕਰਕੇ ਨਾ ਉਹ ਆਪਣਾ ਜੀਵਨ ਪਰਮਾਤਮਾ ਦੀ ਕਚਹਿਰੀ ਵਿੱਚ ਕਬੂਲ ਕਰਵਾ ਲੈਂਦੇ ਨੇ। ਗੁਰਮੁਖ ਸੇਵਾ ਉਹਨਾਂ ਦੀ ਸੇਵਾ ਵੀ ਥਾਏ ਪੈ ਜਾਂਦੀ ਆ। ਉਹ ਕਿਹੜੀ ਸੇਵਾ ਗੀ? ਗੁਰੂ ਨਾਨਕ ਨੂੰ ਦੇਖਣਾ, ਗੁਰੂ ਨਾਨਕ ਨੂੰ ਸੁਣਨਾ, ਸਮਝਣਾ, ਇਹ ਸਭ ਤੋਂ ਵੱਡੀ ਸੇਵਾ। ਚਲੋ ਸੇਵਾ ਦੇ ਪੱਖ ਸਾਡੇ ਸਮਾਜ ਵਿੱਚ ਬਹੁਤ ਨੇ। ਸੇਵਾ ਦੇ ਵਿੱਚ ਬੜਾ ਫਰਕ ਹੁੰਦਾ। ਸੇਵਾ ਹੁੰਦੀ ਕਈ ਪ੍ਰਕਾਰ ਦੀ। ਇਹ ਕਿਸੇ ਕਵੀ ਨੇ ਲਿਖਿਆ ਨਾ ਵੀ ਸੇਵਾ ਕਈ ਪ੍ਰਕਾਰ ਦੀ ਆ, ਕੋਈ ਕਿਵੇਂ ਸੇਵਾ ਕਰੀ ਜਾਂਦਾ, ਕੋਈ ਕਿਵੇਂ ਕਰੀ ਜਾਂਦਾ, ਪਰ ਸਭ ਤੋਂ ਵੱਡੀ ਸੇਵਾ ਆ ਗਈ ਗੁਰੂ ਨਾਨਕ ਸਾਹਿਬ ਨੂੰ ਸਮਝਣਾ, ਉਹਦੇ ਮੁਤਾਬਕ ਚੱਲਣਾ। ਇਹ ਵੱਡੀ ਸੇਵਾ, ਜਾਣੀ ਕਿ ਆਪਣੇ ਆਪ ਨੂੰ ਸਵਾਰਨਾ। ਆਪ ਸਵਾਰਹਿ ਮੈਂ ਮਿਲਹਿ, ਮੈਂ ਮਿਲਿਆ ਸੁਖ ਹੋਏ। ਹੁਣ ਇੱਥੇ ਗੱਲ ਪਹੁੰਚ ਗਈ ਨਾ ਵੀ ਭਾਵ ਆਪਣੇ ਆਪ ਨੂੰ ਸਵਾਰਨਾ ਹੀ, ਗੁਰੂ ਨੂੰ ਸਮਝਣਾ ਹੀ ਸਭ ਤੋਂ ਵੱਡੀ ਸੇਵਾ। ਤੇ ਇਹਦੇ ਹੁਣੇ ਪ੍ਰਸ਼ਨ ਵੀ ਹੋ ਸਕਦਾ ਵੀ ਇਹ ਸੇਵਾ ਸਭ ਤੋਂ ਵੱਡੀ ਕਿਵੇਂ ਹੋਈ? ਇਸ ਕਰਕੇ ਹੋਈ ਕਿਉਂਕਿ ਆਪਣੇ ਆਪ ਨੂੰ ਸਵਾਰ ਕੇ ਹੀ ਪ੍ਰਮਾਤਮਾ ਮਿਲਦਾ, ਰੱਬ ਜੀ ਮਿਲਦੇ ਨੇ, ਗੁਰੂ ਜੀ ਮਿਲਦੇ ਨੇ। ਸ਼ਬਦ ਨਾਲ ਸਾਂਝ ਪੈਂਦੀ ਆ, ਵਿਚਾਰ ਨਾਲ ਸਾਂਝ ਪੈਂਦੀ ਆ। ਆਪਣੇ ਆਪ ਨੂੰ ਸਵਾਰ ਕੇ, ਆਪ ਸਵਾਰ ਹੀ ਮੈਂ ਮਿਲਿਆ, ਮੈਨੂੰ ਮਿਲ ਕੇ ਮੈਂ ਮਿਲਿਆ ਸੁੱਖ ਹੋਏ। ਗੁਰੂ ਨੂੰ ਮਿਲ ਪੇ ਸੁੱਖ ਮਿਲ ਗਿਆ। ਹੁਣ ਆਪਾਂ ਕਿਸੇ ਨੂੰ ਪੁੱਛੀਏ ਭਾਈ ਸੇਵਾ ਕਿਉਂ ਕਰਦਾ, ਕਹਿੰਦਾ ਸੁੱਖ ਦਾ ਮਾਰਾ ਕਰਦਾ। ਮੰਨ ਲਓ ਉਹਦਾ ਪਹਿਲਾ ਪੱਖ ਹੋਰ ਹੋਊਗਾ, ਸੇਵਾ ਕਿਉਂ ਕਰਦਾ, ਕਹਿੰਦਾ ਵਿਆਹ ਨਹੀਂ ਹੁੰਦਾ ਮੇਰੇ ਪੁੱਤ ਦਾ ਤਾਂ ਕਰ ਦਾਂਗਾ। ਚਲੋ ਵਾਹਿਗੁਰੂ ਕਿਰਪਾ ਕਰੇ ਸਭ ਦੇ ਹੋਵਣ ਸਮੇਂ ਸਮੇਂ ਮੁਤਾਬਕ, ਆਪਣੀ ਤਾਂ ਬੇਨਤੀ ਇਹੀ ਆ ਤਾਂ ਕਰਦਾ। ਅੱਛਾ ਜੇ ਵਿਆਹ ਹੋ ਗਿਆ ਫਿਰ ਕਹਿੰਦਾ ਮੈਨੂੰ ਸੁੱਖ ਮਿਲੂ ਨਾ, ਘਰ ਚ ਨੂੰਹ ਆ ਜਾਊਗੀ, ਮੈਂ ਬਹਿ ਕੇ ਖਾਊਂਗਾ। ਚਲੋ ਇਹ ਤਾਂ ਤੇਰਾ ਸੱਜਣਾ ਭੁਲੇਖਾ, ਬਹਿ ਕੇ ਖਾਣ ਵਾਲਾ ਤਾਂ ਇਹ ਤਾਂ ਭੁਲੇਖਾ ਕਹਿ ਸਕਦੇ, ਤਾਂ ਤੇਰਾ ਭੁਲੇਖਾ। ਪਰ ਬਹਿ ਕੇ ਖਾਣ ਦਾ ਮਕਸਦ ਵੀ ਮੈਨੂੰ ਸੁੱਖ ਮਿਲੇ। ਗੁਰੂ ਸਾਹਿਬ ਕਹਿੰਦੇ ਕਾਹਨੂੰ ਝੰਜੜਾਂ ਚ ਪੈਣਾਗਾ, ਕਾਹਨੂੰ ਝਮੇਲਿਆਂ ਚ ਪੈਣਾ, ਇੰਨਾ ਚ ਤੂੰ ਆਪਣੇ ਆਪ ਨੂੰ ਹੀ ਸਵਾਰ ਲਾ, ਰੱਬ ਮਿਲ ਜੂ, ਗੁਰੂ ਮਿਲ ਜੂ, ਤੈਨੂੰ ਸੁੱਖ ਮਿਲ ਜੂਗਾ। ਆਪ ਸਵਾਰੇ ਮੈਂ ਮਿਲਿਆ ਸੁੱਖ ਹੋਏ। ਫਰੀਦਾ ਜੇ ਤੂੰ ਮੇਰਾ ਹੋਏ ਰਹਿ, ਸਭ ਜਗ ਤੇਰਾ ਹੋਏ। ਜਿਨ੍ਹਾਂ ਕਰਕੇ ਸੇਵਾ ਕਰਦਾ ਨਾ, ਮੈਨੂੰ ਰੋਟੀ ਦੇਣਗੇ ਬੈਠ ਕੇ, ਸਭ ਨੂੰ ਮੈਨੂੰ ਪ੍ਰਸ਼ਾਦਾ ਦੇਣਗੇ, ਨਵਾਉਣ ਧਵਾਉਣਗੇ, ਸ਼ਾਇਦ ਉਹਨਾਂ ਨੇ ਤੇਰੀ ਕੇਅਰ ਨਹੀਂ ਕਰਨੀ, ਸੰਭਾਲ ਨਹੀਂ ਕਰਨੀ, ਪਰ ਜੇ ਤੂੰ ਗੁਰੂ ਦਾ ਬਣ ਜਾਵੇਂ, ਸਾਰਾ ਜੱਗ ਹੀ ਤੇਰਾ ਬਣ ਜਾਊਗਾ। ਫਿਰ ਸਾਰਾ ਜਗਤ ਤੇਰੀ ਸੇਵਾ ਕਰੂਗਾ, ਸਾਰਾ ਜਗਤ ਹੀ ਸੇਵਾ ਕਰੂ ਨਾ। ਕਿਵੇਂ? ਉਹ ਉਦਾਹਰਨਾਂ ਸਾਡੇ ਕੋਲ ਇਤਿਹਾਸ ਬੜੀਆਂ ਪਈਆਂ ਨੇ। ਫਿਰ ਪਾਤਸ਼ਾਹ ਜੀ ਕਹਿੰਦੇ ਗੁਰਮੁਖ ਸੇਵਾ ਥਾਏ ਪਵੈ, ਉਨ ਮਨ ਤਤ ਕਮਾਹ।
फिर वो तत्त दी विचार करते हैं, तत्त नूं कमाउंदे ने, रस नूं कमाउंदे ने, रस्मां छड़ दिंदे नेगे। मसकत लहो मजूरिया मंग मंग खसम दरा। वो फिर गुरु दर ते ना मंगते बन के आउंदे नेगे। गुरु दर ते हंकारी बन के नहीं आउंदे। वो ये नहीं कहते गुरुद्वारा मेरे करके चलदा। ये भावना की है हंकार दी। कहंदा जे मत्था ना टेकिया कहंदा गुरुद्वारा किवें चल पऊगा। हाँ खर सियाणा तां भाई वाहवा तू, है ना, पहिलां दा किवें चली जांदा गा। अज ना टेकेगा कोई फर्क नहीं पैंदा, पहलां दा किवें चली, इहदा इशारा ही है ना, आपां नुक्ता ही लभना हुंदा गुरबाणी चों। हुण गुरु की कहंदा गा, गुरु कहंदा मसकत लहो मजूरिया, मेहनत कर, दब के मजदूरी कर, किरत कर, फिर की आ मंग मंग खसम दरा, अपने खसम कोले आया कर। इहदे कोले कदों आउणा ना, उदों मंगता बन के आया कर, शाह बन के ना आया कर। जे इहदे कोले आउण, देखो आरंभता भी अपनी इत्थों हुई है भी जो तू जुत्ती लेके भी दरबार च आ जाएगा ना, कोई पाप नहीं है, मैं गारंटी दिना गा। जां किसी तो लिखवा के दे दो मैनू, किसी बड़े तो बड़े विद्वान तो यह गल कहा दो भी दरबार साहिब दे जुत्ती लेके आउणी पाप आ। पाप की गल तो है ही नहीं, सफाई का साधन हैगा, मुख विशा सफाई का। अच्छा जे गल करी जुत्ती को लहाती, कहना चमड़े की है ना, वो नगारे ते पूरे एक बकरे की खल लगी पई आ। करो गल फिर, ढोलकी बजदी आ, हारमोनीयम बजदा गा, तबला बजदा गा, पूरा मतलब मास चढ़िया हुआ उत्ते। करो गल फिर। चलो हाँ, मैं नहीं कहता भी जुत्ती लेके आउणी, पर मकसद की है, कारण की है, एक सफाई का पक्ष आ। पर जुत्ती लाउण दे नाल हंकार जरूर ला के आई, गुरु आ कहंदा गा। हंकार लाहिया नहीं, जुत्ती लाउण दे चक्कर च पै गया। करना कि जिते जुत्ती लाती ना, उत्थे सारा कुछ ला के आउणा सी अपना दिमाग दे विचों, पर दिमाग विचों कुछ भी नहीं लिया। दिमाग भरे आ गया, पैर खाली रह के आ गया। पैर भरे लियाउंदा ना, दिमाग खाली करके लियाउंदा, गल तां बननी सी। जिवें किते भांडा लेके जाना ना दुकान तो कुछ पवाउण दे लई, ते भांडा खाली हुंदा, जे पहले ही भरिया होवे ना, दुकानदार मोड़ दिंदा भी तां पहले ही भरी फिरदा, इहनूं खाली करके लिया फिर कुछ पऊ विच। बाबा नानक दुकानदार आ, कहंदा दिमाग तां पहले ही भरी फिरदा निक सुख नाल, तूं इह सारा कुछ कढ के फिर मेरे कोले आ जी। हुण इत्थे गुरु साहब जी कहंदे फिर मंगते बन के आउणा, ते मंगते दा हत्थ खाली हुंदा गा। मंगते दी की तमन्ना भावना, मंगते दा हत्थ जिहड़ा वो खाली हुंदा, ते मंगते कोले गिला शिकवा नहीं हुंदा। देण वाला गालां भी कढ जांदा, देण वाला बुरा भी बोल जांदा। देण वाला बुरा बोलदा ना, पर इह तां बाबा नानक ही आ जिहड़ा साडे वर्गे मंगतिआं नूं रोज़ दातां दिंदा भी है ते बुरा नहीं बोलदा। बुरा नहीं बोलदा, हो सानू दुखी नहीं करदा गा। असीं तां पानी दी घुट भी देनी होवे ना, बहुत बड़े बड़े कबोल बोल जाने आ, बहुत बड़े बड़े बोल कबोल बोले ने पानी दी घुट पिछे भी, बाकी तां छड्डो। इत्थे गुरु नानक साहब आ जिहड़ा बहुत बड़ा शाह, उहदे कोले आउण तो पहलां गुरु नानक कहंदा भाई तू मंगता बन के आ जी। मंग 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 है खसम दरा, नानकपुर दर बेपरवाह, तो दर ऊना नाहे को सच्चा बेपरवाह। जिहड़ा दाता दिंदा ना वो बेपरवाह, ते वो ऊना भी नहीं है, वो भरिया ते ना ही वो खाली होयागा। अपनी कवारी तौर ते कहावत भी है ना, भरे खजाने साहिब दे नीवा होके लुट। ਇਹ ਆਮ ਹੀ ਟਰਾਲੀਆਂ ਤੇ ਲਿਖੀ ਪਈ ਹੁੰਦੀ ਗੱਲ ਜੀ ਇਹ, ਪਰ ਉਹ ਤੋਂ ਸਿੱਖਿਆ ਬਹੁਤ ਵੱਡੀ ਮਿਲ ਜਾਂਦੀ ਆ। ਰੱਬ ਦੇ ਗੁਰੂ ਦੇ ਖਜ਼ਾਨੇ ਬੜੇ ਭਰਪੂਰ ਨੇ, ਚੌਥੇ ਪਾਤਸ਼ਾਹ ਦਾ ਖਜ਼ਾਨਾ ਭਰਪੂਰ ਆ। 500 ਸਾਲ ਪਹਿਲਾਂ ਦਾ ਸਾਰਾ ਪ੍ਰਬੰਧ ਚੱਲ ਰਿਹਾ ਤੇ ਅੱਜ ਵੀ ਜ਼ੋਰਾਂ ਤੇ ਆ। ਹਜ਼ਾਰਾਂ ਦੁਨੀਆ, ਲੱਖਾਂ ਦੁਨੀਆ ਦੁਨਿਆਵੀ ਤੌਰ ਤੇ ਵੀ ਦੇਖੀਏ ਨਾ ਖਾਂਦੀ ਆ। अच्छा चोरियां करने वाले भी खाते। बाबे रामदास महाराज के नां ते ना बड़े बड़े साध सोना भी खाई जाते हैं, पत्थर भी खाई जाते हैं, बाजरी सीमेंट सरिया ये भी खा जाते हैं। रोटी तो मिलती मिलती आ, वो चोरां ठग्गां दा भी ढिड भरी जाता। एडा वड्डा दरबार घाटा नहीं पै रहा हैगा, एडा वड्डा दरबार घाटा कोई नहीं है दुनियावी तौर पर भी देखिए। पर जिहड़ी इत्थे गल कीती वो ज्ञान की गल कीती आ, ये ज्ञान मुकदा नहीं है, तू लैण वाला बन। ते जिथे ज्ञान संभालना वो टोकरी भी नहीं भरती। हो सकदा बंदा लुट घसुट दा माल खांदा खांदा अक जे भी मैं तो हुण खाना बंद करता, मैं तो छड्डता भाई सारा कुछ छड्डता ना। पर जिहड़ा ज्ञान आ, ज्ञान देण वाला भी नहीं थकदा ते ज्ञान लैण वाला वो भी अपना खजाना भर नहीं सकदा। ते ज्ञान जिथे टिकदा ना वो भांडा ही एडा बना दिता, भावें पूरे वर्ल्ड छड्डो, धरती पताल दा ज्ञान इकट्ठा कर लो, धर लो, पर फिर भी खाली दा खाली रहूगा।
ਪਰ ਨਿੱਕ ਸੁੱਕ ਨਾਲ ਅਸੀਂ ਜ਼ਰੂਰ ਭਰ ਲਿਆ। ਕਹਿਣਾ ਪਊਗਾ ਜਿਹੜਾ ਭਾਂਡਾ ਉਹਨੇ ਕਿਸੇ ਚੰਗੇ ਪਦਾਰਥ ਲਈ ਦਿੱਤਾ ਸੀ ਨਾ, ਉਹ ਚ ਕੂੜ ਕਪਟ ਪਾ ਲਿਆ ਆਪਾਂ। ਫਿਰ ਅੱਗੇ ਪਾਤਸ਼ਾਹ ਜੀ ਕਹਿੰਦੇ ਨੇ, ਨਾਨਕ ਪੁਰ ਦਰ ਬੇਪਰਵਾਹ। ਅੱਗੇ ਤਉ ਦਰ ਊਣਾ ਨਾਹੀ, ਮੇਰੇ ਮਾਲਕ ਦਾ ਦਰ ਊਣਾ ਨਹੀਂ ਹੈ। ਤਉ ਦਰ ਊਣਾ ਨਾਹੀ। ਦੁਨੀਆ ਦੀ ਕਿਸੇ ਦੁਕਾਨ ਤੋਂ ਮਾਂ ਨਹੀਂ ਮਿਲਦੀ, ਦੁਨੀਆ ਦੀ ਕਿਸੇ ਦੁਕਾਨ ਤੋਂ ਪਿਓ ਨਹੀਂ ਮਿਲਦਾ, ਦੁਨੀਆ ਦੀ ਕਿਸੇ ਦੁਕਾਨ ਤੋਂ ਔਲਾਦ ਨਹੀਂ ਮਿਲਦੀ, ਦੁਨੀਆ ਦੀ ਕਿਸੇ ਦੁਕਾਨ ਤੋਂ ਤੰਦਰੁਸਤੀ ਨਹੀਂ ਮਿਲਦੀ। ਪਰ ਇੱਕੋ ਹੀ ਦਾਰਾ ਜਿੱਥੇ ਆ ਕੇ 10 ਰੁਪਈਆਂ 'ਚ ਤੰਦਰੁਸਤੀ ਵੀ ਭਾਲਦੇ ਆ, ਪੁੱਤ ਵੀ ਭਾਲਦੇ ਆ, ਮਾਂ ਪਿਓ ਦੀ ਦਾਤ ਵੀ ਇੱਥੋਂ ਮਿਲ ਜਾਂਦੀ ਆ। ਜੋ ਮੰਗੋਗੇ ਉਹੀ ਮਿਲ ਜਾਂਦਾ, ਗੱਲ ਹੀ ਖਤਮ ਆ। ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਦੁਨਿਆਵੀ ਤਲ ਤੇ ਵੀ ਤੇ ਅੰਦਰੂਨੀ ਤਲ ਤੇ ਵੀ। ਅੱਗੇ ਪਾਤਸ਼ਾਹ ਨੇ ਕੀ ਲਿਖਿਆ ਹੈਗਾ? ਪਾਤਸ਼ਾਹ ਜੀ ਕਹਿੰਦੇ ਮਹੱਲਾ ਪਹਿਲਾ, ਉਜਲ ਮੋਤੀ ਸੋਹਣੇ। ਕਿਉਂਕਿ ਆਪਣਾ ਵਿਸ਼ਾ ਕੀ ਸੀ? ਆਪਣੇ ਆਪ ਵੱਲ ਵੇਖ। ਆਪਣਾ ਵਿਸ਼ਾ ਤੇ ਇਹੀ ਸੀ ਨਾ, ਆਪਣੇ ਆਪ ਵੱਲ ਵੇਖ। ਆਰੰਭਤਾ ਇੱਥੋਂ ਹੋਈ ਸੀ, ਵਾਹ ਖਸਮ ਤੂੰ ਵਾਹ। ਇੱਥੋਂ ਆਰੰਭਤਾ ਹੋਈ ਸੀ ਵੀ ਵਾਹ ਵਾਹ ਕਹਿਣਾ ਕਿਸੇ ਬਾਬੇ ਦੇ ਕਹਿਣ ਤੇ ਨਹੀਂ ਕਹਿਣਾ, ਬਾਬੇ ਦੇ ਕਹਿਣ ਤੇ ਐ ਨਹੀਂ ਕਰਨਾ। ਕਹਿਣਾ ਜ਼ਰੂਰ ਆ, ਪਰ ਕਹਿਣਾ ਉਦੋਂ ਆ ਜਦੋਂ ਤੈਨੂੰ ਕੁਛ ਮਿਲੇ, ਦਿਸੇ ਤੈਨੂੰ। ਵਾਹ ਖਸ਼ਮ ਤੂੰ ਵਾਹ। ਅੱਗੇ ਪਾਸੇ ਕਹਿੰਦੇ ਜਿਨ ਰਚ ਰਚਨਾ ਹਮ ਕੀਏ। ਇੱਥੇ ਲਿਖਿਆ ਸੀ ਹਮ ਕੀਏ, ਕੀ ਮੇਰੇ ਸਮੇਤ ਜੋ ਮੇਰੇ ਨਾਲ ਤੂੰ ਜੋੜਿਆ ਸਾਰਾ ਸਿਸਟਮ, ਮੇਰੇ ਪੁੱਤ ਧੀ ਪੋਤੇ ਪੋਤੀਆਂ, ਮੇਰਾ ਪਰਿਵਾਰ, ਮੇਰੇ ਨਾਲ ਖਾਣ ਪੀਣ ਵਾਲੇ ਪਹਿਨਣ ਵਾਲੇ ਪਦਾਰਥ, ਕਿੰਨਾ ਕੁਝ ਮੇਰੇ ਨਾਲ ਜੁੜਿਆ ਹੋਇਆ। ਮੈਂ ਸੈਂਟਰ 'ਚ ਖੜਾਂਗਾ। ਹਰ ਇੱਕ ਆਦਮੀ ਆਪਣੇ ਪਰਿਵਾਰ ਦੇ ਸੈਂਟਰ 'ਚ ਆ ਤੇ ਕਿੰਨਾ ਕੁਛ ਮੇਰੇ ਨਾਲ ਜੁੜਿਆ ਪਿਆ। ਫਿਰ ਦੂਜੇ ਸ਼ਲੋਕ 'ਚ ਵੀ ਗੁਰੂ ਸਾਹਿਬ ਨੇ ਇਹੀ ਗੱਲ ਸਮਝਾਈ ਆ, ਉਜਲ ਮੋਤੀ ਸੋਹਣੇ। ਕਿੰਨਾ ਸੋਹਣਾ ਬਣਾਇਆ ਤੈਨੂੰ। ਮਤਲਬ ਸਾਨੂੰ, ਉਹ ਤਾਂ ਸਾਡੀ ਚੋਇਸ ਆ ਨਾ, ਆ ਮੈਨੂੰ ਵਧੀਆ ਨਹੀਂ ਲੱਗਦਾ, ਆ ਮੈਨੂੰ ਵਧੀਆ ਲੱਗਦਾਗਾ, ਆ ਮੈਨੂੰ ਬਾਹਲਾ ਸੋਹਣਾ ਲੱਗਦਾਗਾ। ਉਹ ਤਾਂ ਸਾਡੀ ਭਾਵਨਾ, ਸਾਡਾ ਮਨ, ਸਾਡਾ ਦਿਮਾਗ ਕਹਿੰਦਾ ਉਹ ਤਾਂ ਵੀ ਇਹਦੇ 'ਚ ਨੁਕਸ਼ਾ, ਇਹਦਾ ਨੱਕ ਮਿੱਡਾ, ਇਹਦੀਆਂ ਅੱਖਾਂ ਨਿੱਕੀਆਂ, ਇਹਦੀਆਂ ਅੱਖਾਂ ਡੂੰਘੀਆਂ। ਆਪਣਾ ਦਿਮਾਗ ਕਹਿੰਦਾ ਨਾ, ਉਹ ਤਾਂ ਗੁਰੂ ਨਹੀਂ ਕਹਿੰਦਾ। ਰੱਬ ਜੀ ਨੇ ਤਾਂ ਬਹੁਤ ਸੁੰਦਰ ਸੁੰਦਰ ਨਕਸ਼ੇ ਬਣਾ ਕੇ ਤੋਰੇ ਨੇਗੇ, ਉਹਨੇ ਕੋਈ ਕਸਰ ਨਹੀਂ ਛੱਡੀ। ਜਿਹੜੀ ਮੀਨਾਕਾਰੀ ਵਾਹਿਗੁਰੂ ਨੇ ਕੀਤੀ ਆ ਨਾ, ਇਹਦੇ ਵਰਗੀ ਮੀਨਾਕਾਰੀ ਤਾਂ ਕੋਈ ਦੁਨੀਆ 'ਚ ਹੀ ਨਹੀਂ ਕਰ ਸਕਦਾਗਾ। ਹੁਣ ਗੁਰੂ ਸਾਹਿਬ ਨੇ ਇੱਥੇ ਜ਼ਿਕਰ ਕੀ ਕੀਤਾ? ਉਜਲ ਮੋਤੀ। ਤੈਨੂੰ ਮੋਤੀਆਂ ਵਰਗੇ ਦੰਦ ਦਿੱਤੇ ਨੇਗੇ, ਉਜਲ ਸੋਹਣਾ ਸਰੀਰ ਦਿੱਤਾ ਹੈਗਾ, ਸੋਹਣੇ ਰਤਨਾਂ ਨਾਲ ਜੁੜਨ। ਦੰਦਾਂ ਨੂੰ ਰਤਨ ਵੀ ਕਿਹਾਗਾ। ਤੇ ਆਪਾਂ ਨੂੰ ਪਤਾ ਦੰਦ ਨੇ ਜਿਹੜੇ, ਉਹ ਮਨੁੱਖ ਦੇ ਮੁੱਖ ਨੂੰ ਚਾਰ ਚੰਨ ਲਾ ਦਿੰਦੇ ਨੇ। ਬੰਦਾ ਨਿਗਾਹੀ ਮਾਰਦਾ ਵੀ ਦੰਦ ਬੜੇ ਸੋਹਣੇ ਨੇਗੇ, ਸਾਫ਼ ਨੇ, ਇੱਕੋ ਜਿਹੇ ਲੱਗੇ ਹੋਏ ਨੇ, ਪਰ ਇੱਕੋ ਜਿਹੇ ਮਾਂ ਨੇ ਨਾ ਪਿਓ ਨੇ ਨਹੀਂ ਲਾਏਗੇ, ਇੱਕੋ ਜਿਹੇ ਪਰਮਾਤਮਾ ਨੇ ਲਾਏ ਨੇ। ਫਿਰ ਅਗਲੀ ਗੱਲ, ਇਹ ਸਭ ਤੋਂ ਪਹਿਲਾ ਹਮਲਾ ਜਿਹੜਾ ਹੈ ਸਾਡੇ ਸਰੀਰ ਦੇ ਵਿੱਚ, ਜਿੱਦੇ ਸਾਡਾ ਚਿਹਰਾ ਕਰੂਪ ਹੁੰਦਾ ਨਾ, ਸਭ ਤੋਂ ਪਹਿਲਾ ਹਮਲਾ ਕੌਣ ਕਰਦਾਗਾ? ਰੱਬ ਕਰਦਾਗਾ। ਜਦੋਂ ਉਹਨੇ ਸਾਨੂੰ ਚੀਜ਼, ਮੰਨ ਲਓ ਵੀ ਕੰਪਨੀ ਵਾਲਿਆਂ ਨੇ ਸਾਨੂੰ ਟਰੈਕਟਰ ਦੇ ਦਿੱਤਾ ਵੀ ਇਹਨੂੰ ਤੂੰ ਪੂਰਾ ਦੱਬ ਕੇ ਵਾਹ, ਜਿੰਨੀ ਇਹਦੀ ਜਾਨ ਆ ਨਾ ਸਾਰੀ ਤੂੰ ਵਰਤ ਲਾ, ਪਰ ਅਸੀਂ ਵਰਤੀ ਨਹੀਂ। ਅਸੀਂ ਵਰਤੀ ਨਹੀਂ ਨਾ। ਇੱਕ ਦਿਨ ਆਏ ਇਕੱਠੇ ਹੋ ਕੇ, ਨਾ ਤਾਂ ਤੂੰ ਕਹਿੰਦੇ ਕੰਮ ਲਿਆ ਇਹ ਤੋਂ, ਨਾ ਤਾਂ ਤੂੰ ਸਹੀ ਢੰਗ ਤੇ ਸਾਡਾ ਜੋ ਕਰਜ਼ਾ ਸੀ ਉਹ ਮੋੜਿਆਗਾ, ਉਹ ਖੋ ਕੇ ਲੈ ਗਏ। ਇੱਕ ਉਦਾਹਰਨ ਹੈ ਇਹ। ਹੁਣ ਪਹਿਲਾ ਹਮਲਾ ਪਰਮਾਤਮਾ ਨੇ ਸਾਡੇ ਸਰੀਰ ਦੇ ਦੰਦਾਂ ਤੇ ਕਰ ਦਿੱਤਾ। ਜਿਹੜੀ ਸਾਡੀ ਅਮੋਲਕ ਚੀਜ਼ ਸੀ ਨਾ, ਮਤਲਬ ਉਹ ਤੇ ਆ ਕੇ ਉਹਨੇ ਪਹਿਲਾਂ ਠੋਕਰ ਮਾਰੀ, ਤੋੜਤੇ। ਉਹ ਕਿਵੇਂ ਤੋੜ ਦਿੱਤੇ? ਜਦੋਂ ਸਰੀਰ ਬੁੱਢਾ ਹੋ ਗਿਆ। ਹੁਣ ਗੁਰੂ ਸਾਹਿਬ ਜੀ ਕਹਿੰਦੇ ਉਹ ਪਰਮਾਤਮਾ ਨੇ ਹਮਲਾ ਕਰਨ ਦੇ ਲਈ ਬੁਢੇਪੇ ਨੂੰ ਭੇਜਿਆ ਤੇਰੇ ਕੋਲੇ। ਸਰੀਰ ਤੇ ਪਹਿਲਾ ਹਮਲਾ ਕਰਨ ਦੇ ਲਈ ਬੁਢੇਪੇ ਨੂੰ। ਤੇ ਬੁਢੇਪਾ ਕੀ ਆ ਉਹ ਸਾਨੂੰ ਨਹੀਂ ਪਤਾ। ਇੱਕ ਅਵਸਥਾ ਦਾ ਨਾਮ ਆ, ਇੱਕ ਸਰੀਰ ਦੀ ਅਵਸਥਾ ਦਾ ਨਾਂ, ਜਿਹੜੀ ਅਵਸਥਾ ਨੂੰ ਅਸੀਂ ਜਰ ਵੀ ਕਹਿੰਦੇ ਆ, ਬੁਢੇਪਾ ਵੀ ਕਹਿੰਦੇ ਆ। ਉਹ ਜਰ ਆਈ, ਬੁਢੇਪਾ ਆਇਆ, ਤੇ ਬੁਢੇਪੇ ਨੇ ਪਹਿਲਾ ਹਮਲਾ ਦੰਦਾਂ ਤੇ ਕਰ ਦਿੱਤਾ, ਨਿਕਲ ਗਏ। ਤੇ ਹੁਣ ਕੀ ਹੋ ਗਿਆ? ਫਿਰ ਇੱਥੇ ਪਾਤਸ਼ਾਹ ਨੇ ਲਿਖਿਆ ਨਾ, ਉਜਲ ਮੋਤੀ ਸੋਹਣੇ ਰਤਨਾਂ ਨਾਲ ਜੁੜਨ। ਫਿਰ 3 ਜਰ ਬੈਰੀ ਉਹ ਭੇਜਿਆ ਪਰਮਾਤਮਾ ਨੇ ਸੀ। ਬੁਢੇਪਾ ਕਿਹਨੇ ਦਿੱਤਾਗਾ? ਕਿਸੇ ਬੰਦੇ ਨੇ ਨਹੀਂ ਭੇਜਿਆ। ਅੱਛਾ, ਜੇ ਸਰਕਾਰ ਬੁਢੇਪਾ ਦਿੰਦੀ ਹੋਵੇ ਨਾ, ਮੰਨ ਲਓ ਸਰਕਾਰ ਦਿੰਦੀ ਹੋਵੇ, ਕਿਸੇ ਦਫ਼ਤਰ ਚੋਂ ਮਿਲਦਾ, ਆਪਾਂ ਰੋਕ ਲਾ ਦਾਂਗੇ ਨਾ, ਸਾਨੂੰ ਬੁਢੇਪਾ ਨਹੀਂ ਚਾਹੀਦਾ, ਅਸੀਂ ਧਰਨੇ ਲਾ ਲਾਂਗੇ, ਸਾਨੂੰ ਜਵਾਨੀ ਚਾਹੀਦੀ ਆ। ਪਰ ਇੱਥੇ ਪਰਮਾਤਮਾ ਨੇ ਭੇਜਿਆ ਸਾਨੂੰ ਦੱਸ ਕੇ ਨਹੀਂ, ਆਪਣੇ ਆਪ ਹੀ ਆ ਗਿਆ। ਅੱਛਾ, ਉਹ ਬੁਢੇਪੇ ਨੂੰ ਗੁਰੂ ਨੇ ਇੱਥੇ ਨਾਨਕ ਪਾਤਸ਼ਾਹ ਨੇ ਬੈਰੀ ਕਿਹਾ ਸਾਡਾ। ਤੇਰੇ ਸਰੀਰ ਤੇ ਸਭ ਤੋਂ ਪਹਿਲਾਂ ਹਮਲਾ ਉਹਨੇ ਮੁੱਕੀ ਆ ਨਾ, ਜਿਹੜੀ ਆਪਣੀ ਤੇਰੇ ਦੰਦਾਂ ਤੇ ਮਾਰੀ। ਤੇ ਆਪਾਂ ਵੀ ਕਈ ਵਾਰ ਲੜਦੇ ਕਹਿੰਦੇ ਮਾਰੀ ਨਾ ਮੁੱਕੀ, 32 ਦੇ 32 ਕੱਢ ਨੂੰ। ਦੇਖੋ, ਹੋਰ ਕਿਸੇ ਅੰਗ ਦੀ ਗੱਲ ਨਹੀਂ ਕੀਤੀ ਆਪਾਂ।
पर उत्थे ज्यादातर गल जिहड़ी वरती जाती दंदां दी वरती जाती, कुरूपता पैदा हो गई। कुरूपता पैदा हो गई ना। हुण जदों कुरूपता पैदा हो गई, जदों सोहणापण सी उदों अपने वल निगाह नहीं मारी, जदों कुरूपता पैदा हो गई हुण बाला ध्यान देण लग गया। हुण ज्यादा ध्यान इधर फोकस हो गया है ना, इधर ज्यादा टेकण ध्यान। गुरु साहब कहंदे हुण कुछ नहीं बनना, हुण नहीं कुछ बननागा, हुण तां हमला हो गया। हमला होण तो पहिलां रोक लाउणी सी, हमला होण तो बाद रोक लाउण दा कोई फायदा नहीं। सप लंघण तो पहिलां सप नूं कुੱਟਣਾ सी, सप लंघण तो बाद ली कुੱਟੇ दा कोई फायदा नहीं है। जे फायदा है तो जरूर दस्सिओ। इत्थे गुरु साहब जी कहते 3 जर वैरी नानका जे बुढ़े थिए मरन। हुण ओह बुढ़ेपा कहंदा ना दंदां ते हमला तां करता, दंदां तो अगे मैं पहुंचना, आ तन ते नहीं पहुंचना, मैं दंदां तो अगे पहुंचना। दंदां तो अगे अंदर जीभ ततलाउण लग गई, ततलाउण लग गई ना, निगाह ते असर करता, कन्नां दी सुणन शक्ति ते असर करता। हुण कित्थे पहुंच गया, नेड़े पहुंच गया। जिहड़ी तन विच जान फिरदी है ना भज्जी, वो जान नूं जाके हत्थ पाले बुढ़ेपे ने ते हुण कहंदा तेरी जान लेके जानी है मैं, वेख ला तू कुछ भी नहीं कीता, तैनूं मौका मिलिया सी, वक्त मिलिया सी, वो वक्त तू सज्जना अजाई गवा दिता ते ये अजाई ना गवा। इत्थे सानूं सुनेहा की मिलिया भी आपां कुछ ना कुछ करिए, कुछ ना कुछ हिम्मत आ ना जिहड़ी वो करिए, तां जो साडा जीवन आ जिहड़ा बेअर्था जाण दी बजाए वो सबर जावे। वो आपां पहिलां भी शब्द पढ़िया सी, आप सवारे मैं मिलिया सुख होए फरीदा, जे तू मेरा होए रहे सब जग तेरा होए। फिर बाणी च ही लिखिया गा, इत्थे गल कीती बुढ़ेपा तेरा बैरी आ, उन्हें दंदां ते हमला करके अगे पहुंच गया, कल्ले कल्ले अंग ते हमला करदा जांदा गा, दिन दिन रोज। हुण हड्ड जे दुखण लग गए, गिट्टे दुखण लग गए, गोडे दुखण लग गए, वो बुढ़ेपा हमला करन लग गया। उन्हें अपने तीर सिन के मारने शुरू कर दिते। पर गुरबाणी च गल लिखी है मेरे पातशाह ने, गुरु नानक साहब ने लिखी आ, उन्हें की लिखा ना, कहना गुरमुख बुढ़े कदे ना ही, कदे अजमा के वेख लियो। मान लो ना आपां कई बार की कहने आ, मान लो भी मेरे कोले उदाहरण एक रोटी घर विच है, मैं अपने गुआंढियां नूं की कीता, परत्याउण दे मारे ने मंग लई भी मैनूं रोटी दे दोगे, परत्याउण दे मारे ने। मेरे घर दे विच व्हीकल है, मैं अपने गुआंढी नूं ना मित्र नूं फोन करता, मैनूं यार तेरी गड्डी चाहीदी है, मैनूं मोटरसाइकिल चाहिदा, परत्याउण दे मारे नहीं भी अपने काम आउंदा जां नहीं आउंदा, परत्याउण दे मारे नहीं 10-20 हज़ार रुपए दी मंग रखती, परत्या के तां वेख गए। जिहड़ी आ पंगती है ना, जिथे आपां नूं सुनाया बुढ़ा हो गया शरीर ते हमले होने शुरू हो गए, ये हमलिਆਂ तो बचण दे लई गुरु नानक साहब ने की लिखियागा, गुरमुख बुढ़े कदे ना ही। गुरमुख कहंदा बुढ़े नहीं हुंदे गे। हुण आपां परत्याउण दे मारिਆਂ नहीं ये पंक्ति देखनी आ, ये आपां देखो भी बुढ़े होवांगे जां नहीं होवांगे, ये गल नूं आपां परत्या के देख लो। पढ़न तो पहलां परत्या के देख लो भी गुरु साहब सच बोलदे आ कि झूठ बोलदे आ। मैनूं इउं जापदा भी सच बोलदे ने। इत्थे तां बाबा दीप सिंह वर्गे ना 70-72 सालां दी उमर विच खंडे खड़काउंदे ने, सच ही है भाई। इस तां 92 साल की उम्र विच गुरु ग्रंथ साहिब का स्वरूप मेरे गुरु नानक दे दर विच ना रोज बाबा बुढ़ा जी दे सिर ते टिकदा ते अपने जिदे विआह होवे ना, कोई मरग होवे, कोई किदां दा प्रोग्राम हो, उदे भी कहना फलाना तू नहाता। सोच के देखो साडा बुढ़ेपा कित्थे जे फिरदागा, साडी जवानी च जवाब आ। ते बाबे नानक दे दर दे सेवक ने मंग के सेवा लैती है बुढ़ा होण दी, बुढ़ा होण ते भी मैनूं दिओ इह स्वरूप मेरे सिर ते टिको। हालांकि उदों आ स्वरूप नहीं, उदों हथ लिखता ते हथ लिखत दा वजन इदों वध जूगा। पर सोच के देखो कदे, चलो अपना समा हो गया। गुरु साहब जी कहते भाई गुरमुख बुढ़े कदे नाही, जिन्ना अंतर सुरत ज्ञान, जिन्हां ने ज्ञान दा तीर सिन लिया ना, वो जर बन्नी बुढ़ेपे बन्नी अपना तीर पहले ही मारदे ने। वो अपने नेड़े ना बुढ़ेपे नूं जर नूं लगन नहीं दिंदे। फिर अगे पातशाह जी कहते हर सलाही सदा सदा तन मन सौंप शरीर, वाहिगुरू नूं सलाहिया कर तन मन अपना अर्पण करके, गुर शब्द ही सच पाया सच्चा गहर गंभीर, वो गहर गंभीर दाते नाल जुड़, मन तन हिरदे रब रहिया हर हीरा हीर। ये हीरा मुड़ के नहीं मिलनागा, हरि परमात्मा नाल जुड़, जन्म मरण का दुख गया फिर पवे ना वीर। फिर पातशाह जी कहते नानक नाम सलाहे तू हर गुणी गहीर। इथों तक समाप्ति, भुल्लां दी खिमा। सब दा धन्नवाद। वाहिगुरू जी का खालसा, वाहिगुरू जी की फतेह। राम कली महला तीजा, आनंद एको ओंकार।